ਪ੍ਰਭਜਿੰਦਰ ਡਿੰਪੀ ਕਦੇ ਡਰਿੰਕ ਨਹੀਂ ਕਰਦਾ ਸੀ, ਰੌਕੀ ਕਦੇ ਨਹੀਂ ਕਰਦਾ ਸੀ, ਜਿਹੜਾ ਜੈਪਾਲ ਡਰਿੰਕ ਨਹੀਂ ਕਰਦਾ ਸੀ। ਸੋ ਕਈ ਇਹੋ ਜਿਹੇ ਸੀਗੇ ਡਰਿੰਕ ਇਨ ਦਾ ਸੈਂਸ ਵੀ ਨਸ਼ਾ ਨਹੀਂ ਕਰਦਾ ਸੀ, ਡਰਿੰਕ ਵੀ ਨਹੀਂ ਕਰਦੇ ਸੀ, ਨਸ਼ਾ ਵੀ ਨਹੀਂ ਕਰਦੇ ਸੀ। ਜਿਹੜੇ ਗੈਂਗਸਟਰ ਆਪਣੇ ਆਪ ਨੂੰ ਸੋ ਕਾਲਡ ਇਲੀਟ ਵਾਲੇ ਨੰਬਰ 1 ਟਾਈਪ ਉੱਪਰ ਵਾਲੇ ਕਹਿੰਦੇ ਨੇ, ਉਹ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਪਰੇ ਰੱਖਦੇ ਸੀ। ਜਿਹੜੇ ਪੰਜਾਬ ਦੇ ਵਿੱਚ ਜਿਹੜਾ ਇਹ ਫਿਨੋਮੀਨਾ ਆਇਆ, ਉਹ ਇਹਨਾਂ ਦੀ ਦੇਣ ਹੈ। ਪ੍ਰਭਜਿੰਦਰ ਡਿੰਪੀ ਵਗੈਰਾ ਇਹਨਾਂ ਦੀ ਜਿਹੜੇ ਉਸ ਟਾਈਮ ਦੇ ਜਿਹੜੇ ਗੈਂਗਸਟਰ, ਜਿਹੜੇ ਯੂਪੀ ਦੇ ਬਿਹਾਰ ਦੇ ਗੈਂਗਸਟਰਸ ਨਾਲ ਉਹਨਾਂ ਨਾਲ ਅਲਾਈਨਮੈਂਟ ਹੋਈ। ਇਹ ਚੀਜ਼ ਪੰਜਾਬ 'ਚ ਕਦੇ ਹੁੰਦੀ ਨਹੀਂ ਸੀ। ਸੁੱਖਾ ਕਾਲਵਾ ਸੀ, ਉਹ ਕਹਿੰਦਾ ਵੀ ਸੁੱਖੇ ਕਾਲਵੇ ਦਾ ਗਰੁੱਪ ਦਾ ਬੰਦਾ ਜੀ ਹੈ, ਜਾਂ ਮੈਂ ਜੱਗੂ ਭਗਵਾਨਪੁਰੀ ਦਾ, ਜਾਂ ਮੈਂ ਜੈਪਲ ਦਾ, ਜਾਂ ਮੈਂ ਸ਼ੇਰੇ ਕੁੱਬਣ ਦਾ, ਜਾਂ ਇਹ ਇਹਨਾਂ ਦਾ ਇੱਕ ਆਪਸ 'ਚ ਬ੍ਰਾਂਡ ਦੀ ਕਲੈਸ਼ ਹੋਣ ਲੱਗ ਗਿਆ, ਜਿਹਦੇ ਕਰਕੇ ਸਾਰੇ ਹੌਲੀ ਹੌਲੀ ਇਹ ਹੋਰ ਰੂਪ ਧਾਰਦਾ ਗਿਆ। ਜਿਹੜੇ ਆਪ ਲੱਗੇ ਹੋਏ ਨੇ, ਜਿਹੜੇ ਖੁਦ ਜਿਹੜੇ ਡਰੱਗਸ ਦੇ ਵਿੱਚ ਕਰਦੇ ਨੇ, ਉਹ ਗੈਂਗਸਟਰ ਹੈਗੇ ਨੇ। ਬਤੇ ਕੋਈ ਨਾਮ ਦੱਸ ਸਕਦੇ? ਹਾਂ, ਜੱਗੂ ਭਗਵਾਨਪੁਰੀਆ ਵੀ ਕਰਦਾ ਰਿਹਾ ਹੈ। ਬਾਕੀ ਜਿਹੜੇ ਢੋਟੀਆਂ ਟਾਟੀਆਂ ਹੋ ਰਹੇ ਜੇ ਕਈ ਸੀਗੇ ਜਿਹੜੇ ਜੇਲ੍ਹ ਬ੍ਰੇਕ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚੋਂ ਡਰੱਗਸ ਨੂੰ ਇਸਤੇਮਾਲ ਕਰਦੇ ਸੀ। ਗੋਲਡੀ ਬਰਾੜ ਦਾ ਇਸ ਵੇਲੇ ਕੀ ਸਿਨੈਰੀਓ? ਕਿਉਂਕਿ ਗੋਲਡੀ ਬਰਾੜ ਦੀ ਜਦੋਂ ਚਰਚਾ ਆਉਂਦੀ ਹੈ ਤਾਂ ਉਦੋਂ ਮੀਡੀਆ ਦੇ ਵਿੱਚ ਇਹ ਵੀ ਇੱਕ ਚਰਚਾ ਚੱਲਦੀ ਹੈ ਕਿ ਗੁਰਮੀਤ ਚੌਹਾਨ ਉਹਨੀ ਅਮਰੀਕਾ ਗਏ ਹੋਏ ਨੇ ਔਰ ਕਹਿੰਦੇ ਕਿ ਤੁਹਾਡੀ ਸਰਵੇਲੈਂਸ ਦੇ ਉੱਤੇ ਔਰ ਤੁਸੀਂ ਉਹਨੂੰ ਨੱਪ ਕੇ ਲੈ ਕੇ ਆਉਣਾ ਹੈ ਔਰ ਤੁਹਾਡੀ ਸਰਵੇਲੈਂਸ ਦੇ ਅੰਡਰ ਹੈ ਉਹ। ਸਰਵੇਲੈਂਸ ਤੇ ਆ ਗਿਆ ਸੀਗਾ ਇਹ। This is totally in the field domain of NIA and FBI. ਮੀਡੀਆ ਹਾਊਸਸ ਦੇ ਵਿੱਚ ਇਹ ਖਬਰ ਹੁੰਦੀ ਹੈ ਕਿ ਰਿੰਦਾ ਮਰ ਗਿਆ ਹੈ, ਉਸਨੂੰ ਉੱਥੇ ਐਲੀਮੀਨੇਟ ਕਰ ਦਿੱਤਾ ਗਿਆ ਹੈ। ਸਟੇਟਸ ਕੀ ਹੈ ਰਿੰਦਾ? ਤੁਹਾਡੀ ਕੀ ਇਨਪੁਟ ਹੈਗੀ ਹੈ? ਇਜ਼ ਹੀ ਅਲਾਈਵ? ਇਹ ਆਡੀਓ ਇੰਟਰਵਿਊਜ਼ ਵੀ ਆਈਆਂ ਨੇ, ਸੋ ਆਈ ਥਿੰਕ ਹੀ ਇਜ਼ ਵੈਰੀ ਮਚ ਲਾਈਵ। ਜਿਹੜੇ ਪਹਿਲੇ ਗੈਂਗਸਟਰ ਜਿਹੜੇ ਅਸੀਂ ਅਰੈਸਟ ਕੀਤੇ, ਦਲਜੀਤ ਭਾਨਾ, ਬਾਕੀ ਉਹਦੇ ਵਾਲੇ ਛੋਟਾ ਇਹਦੇ ਨਾਲ ਸੀ। ਇਹਨਾਂ ਦਾ ਪ੍ਰੇਮੀ ਲਾਹੌਰੀਏ ਦਾ ਰਾਈਵਲ ਸੀਗਾ। ਇਹ ਜਲੰਧਰ ਤੋਂ ਬਸਤੀ ਬਾਬਾ ਖੇਲ, ਉੱਥੇ ਇਹਨਾਂ ਦਾ ਮਰਡਰ ਹੁੰਦੇ ਸੀ। ਗੁਰਪ੍ਰੀਤ ਸੇਖੋਂ ਹੋਇਆ, ਹੋਰ ਹੋਇਆ। ਇਹ ਕਿਤੇ ਨਾ ਕਿਤੇ ਇਹਨਾਂ ਨੇ ਕ੍ਰਾਈਮਸ ਕੀਤੇ। ਜੋ ਵਿੱਕੀ ਗੌਂਡਰ ਨੇ ਕ੍ਰਾਈਮ ਜਿਹੜਾ ਹੈਗਾ, ਕਈ ਛੋਟੇ ਛੋਟੇ ਕ੍ਰਾਈਮ ਵੀ ਕੀਤੇ। ਇੱਥੇ ਕੋਈ ਮੈਡੀਕਲ ਭਰਤੀ ਸੀਗੀ ਅੰਮ੍ਰਿਤਸਰ ਦੇ ਵਿੱਚ, ਫੇਕ ਰਜਿਸਟ੍ਰੇਸ਼ਨ ਕਰਕੇ ਉੱਥੇ 70-80 ਲੱਖ ਜਿਹੜਾ ਹੈਗਾ ਬੱਚੇ ਜਿਹੜੇ ਡੋਨੇਸ਼ਨ ਲੈ ਕੇ ਆਏ ਵੀ ਐਡਮਿਸ਼ਨ ਕਰਾਉਣ ਵਾਸਤੇ, ਉਹ ਸਾਰਿਆਂ ਨੂੰ ਲੁੱਟ ਲਿਆ। ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਔਰ ਜਦੋਂ ਜ਼ਿੰਮੇਵਾਰੀ ਲੈ ਲਿੱਤੀ ਜਾਂਦੀ ਹੈ ਔਰ ਪੋਸਟ ਆ ਜਾਂਦੀ ਹੈ ਕਿ ਜੀ ਇਹ ਜ਼ਿੰਮੇਵਾਰੀ ਅਸੀਂ ਲਿੱਤੀ, ਔਰ ਜਸਟ ਨਾਓ ਵਾਲੀ ਪੋਸਟ ਹੁੰਦੀ ਹੈ, ਉਹ ਤੇ ਲੋਕ ਇਹ ਕਹਿੰਦੇ ਕਿ ਜਸਟ ਨਾਓ ਵਾਲੀ ਪੋਸਟ ਸਿਰਫ ਮੀਡੀਆ ਹਾਊਸਿਸ ਨੂੰ ਕਿਉਂ ਮਿਲਦੀ ਹੈ ਜਾਂ ਪੁਲਿਸ ਨੂੰ ਕਿਉਂ ਮਿਲਦੀ ਹੈ, ਔਰ ਉਸ ਤੋਂ ਬਾਅਦ ਉਹ ਪੋਸਟ ਲੱਭਦੀ ਵੀ ਨਹੀਂ। ਸੋਸ਼ਲ ਮੀਡੀਆ ਨਾਲ ਇਹਨਾਂ ਦੀ ਆਊਟਰੀਚ ਬਹੁਤ ਵੱਧ ਗਈ। ਸੋਸ਼ਲ ਮੀਡੀਆ ਨਾਲ ਫਿਰ ਇੱਕ ਦੂਜੇ ਨੂੰ ਇਹ ਡਾਇਰੈਕਟਲੀ ਚੈਲੰਜ ਕਰਨ ਲੱਗ ਗਏ। ਉਹਦੇ ਨਾਲ ਇੱਕ ਤੁਹਾਡੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਰੀਚ ਹੋਣ ਕਰਕੇ ਤੁਹਾਡੇ ਫੋਲੋਇੰਗ ਵਧਣ ਲੱਗ ਗਈ। ਕੋਈ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜੰਮਦਾ ਹੁੰਦਾ ਨਾ। ਐਗਜ਼ੈਕਟਲੀ। ਹਾਲਾਤ ਅਜਿਹੇ ਬਣ ਜਾਂਦੇ ਨੇ, ਹਾਲਾਤ ਬਣ ਜਾਂਦੇ ਨੇ। ਐਗਰੀ। ਔਰ ਬਹੁਤੇ ਸਵਾਲ ਫਿਰ ਉਹ ਖਾਕੀ ਦੇ ਉੱਤੇ ਵੀ ਆਉਂਦੇ ਨੇ, ਪੁਲਿਸ ਦੇ ਉੱਤੇ ਵੀ ਆਉਂਦੇ ਨੇ ਕਿ ਮਜਬੂਰ ਕਰ ਦਿੰਦੇ ਨੇ, ਕਹਿੰਦੇ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਧਸੇਲ ਦਿੰਦੇ ਨੇ। ਇੱਕ ਪੋਲੀਟੀਕਲ ਸਿਸਟਮ ਸਦਾ ਤਾਂ ਪਰਮਾਨੈਂਟ ਨਹੀਂ ਹੈ। ਤੋ ਜਦੋਂ ਚੇਂਜ ਹੁੰਦੀ ਹੈ ਤਾਂ ਗਰੁੱਪਸ ਦੀ ਅਲਾਈਨਮੈਂਟ ਵੀ ਚੇਂਜ ਹੋ ਜਾਂਦੀ ਹੈ। ਫਿਰ ਕਦੇ ਕਿਸੇ ਦਾ ਅਪਰ ਹੈਂਡ ਹੋ ਜਾਂਦਾ ਹੈ, ਕਿਸੇ ਦਾ ਕਦੇ ਟੈਰਰਿਜ਼ਮ ਵੇਲੇ ਤੋਂ ਵੀ, ਉਦੋਂ ਵੀ ਜਿਹੜੇ ਟੈਰਰਿਸਟ ਜ਼ਿਆਦਾ ਐਸੋਸੀਏਟਡ ਹੁੰਦੇ ਸੀ, ਉਹਨਾਂ ਦੀ ਸਪੋਰਟ ਲੈ ਕੇ ਉਹ ਤਗੜੇ ਹੋ ਗਏ। ਡਿੰਪੀ ਚੰਦਪਾਨ ਜਾਂ ਰੌਕੀ ਜਾਂ ਸ਼ੇਰਾ ਕੁੱਬਣ, ਕਿ ਉਹਨਾਂ ਦੇ ਸਮੇਂ ਵੀ ਸੀਗਾ ਇਹ ਸਭ ਕੁਝ ਨਸ਼ੇ ਦਾ, ਇਹ ਨੈਕਸਸ ਔਰ ਐਕਸਟੋਰਸ਼ਨਸ ਜਿਸ ਤਰੀਕੇ ਨਾਲ ਹੁਣ ਇਹ ਇੰਨੀ ਜ਼ਿਆਦਾ ਵੱਧ ਚੁੱਕੀਆਂ ਗੈਂਗਸਟਰ ਔਰ ਡਰੱਗਸ ਦੇ ਨੈਕਸਸ ਦੀ, ਤਾਂ ਕੀ ਇਹਨਾਂ ਦੇ ਟਾਈਮ ਦੇ ਉੱਤੇ ਵੀ ਸੀ ਜਾਂ ਉਦੋਂ ਇਹ ਗੈਂਗਸਟਰਾਂ ਦੇ ਵਿੱਚ ਡਰੱਗਸ ਦੀ ਚੀਜ਼ ਨਹੀਂ ਸੀ? ਇੱਕ ਇਹ ਵੀ ਬਹੁਤ ਸਵਾਲ ਖੜਾ ਹੁੰਦਾ ਹੈ ਕਿ ਕਈ ਤਾਂ ਕਹਿੰਦੇ ਅੰਦਰ ਡਿਪਾਰਟਮੈਂਟ ਦੇ ਹੀ ਬੰਦੇ ਹੁੰਦੇ ਨੇ, ਉਹਨਾਂ ਨੇ ਹੀ ਪਾਲੇ ਹੁੰਦੇ ਨੇ, ਔਰ ਜਦੋਂ ਉਹ ਕੰਮ ਕੰਪਲੀਟ ਹੋ ਜੇ ਤਾਂ ਫਿਰ ਉਹ ਹੀ ਐਲੀਮੀਨੇਟ ਕਰਵਾ ਦਿੰਦੇ ਨੇ। ਸਿੱਧਾ ਕਹਿੰਦੇ ਪੁਲਿਸ ਦੇ ਹੀ ਉਹ ਬੰਦੇ ਹੁੰਦੇ ਨੇ ਟੌਪ। ਸਾਡੇ ਪਿੱਛੇ ਸਪੋਰਟ ਹੈਗੀ ਹੈ, ਸਾਡੇ ਪਿੱਛੇ ਸਪੋਰਟ ਹੈਗੀ ਹੈ, ਤੇ ਅਸੀਂ ਇਹਨਾਂ ਨੂੰ ਅੱਜ ਸਾਡੇ ਨਾਲ ਹੈ ਤੇ ਹਮੇਸ਼ਾ ਨਾਲ ਰਹਿਣਗੇ। ਬਟ ਨਥਿੰਗ ਇਜ਼ ਪਰਮਾਨੈਂਟ। ਉਹਨਾਂ ਦੀਆਂ ਇਕੁਏਸ਼ਨਸ ਚੇਂਜ ਹੁੰਦੀਆਂ, ਬਹੁਤ ਫਾਸਟ ਚੇਂਜ ਹੁੰਦੀਆਂ ਨੇ। ਸੋ ਉਹ ਜਿਵੇਂ ਹੀ ਪਾਵਰ ਚੇਂਜ ਹੋਣੀ ਹੈ ਤਿਵੇਂ ਹੀ ਉਹ ਹੋ ਜਾਣਾ, ਤੇ ਉਹਦੀ ਯੂਟਿਲਿਟੀ ਖਤਮ ਹੈ ਤਾਂ ਉਹ ਬੰਦਾ ਖਤਮ। ਫਲੈਮਬੋਇੰਟ ਐਟੀਟਿਊਡ ਹੈ ਜਿਹੜਾ ਇੱਥੇ ਮਾਝੇ ਦਾ, ਖਾਸ ਕਰਕੇ ਕਿ ਇੱਕ ਗੱਲ ਜੇ ਕਿਸੇ ਨੇ ਮਤਲਬ ਉਹ ਫਕਰ ਮਹਿਸੂਸ ਕਰਦੇ ਆ ਕਿ ਮੈਂ ਗੋਲੀ ਮਾਰੀ ਹੈ ਯਾਰ, ਮੈਂ 307 ਚ ਅੰਦਰ ਗਿਆ, 302 ਚ ਅੰਦਰ ਗਿਆ, ਤਾਂ ਆਪਣੇ ਆਪ ਨੂੰ ਉਹ ਮਤਲਬ ਇੱਥੋਂ ਤੱਕ ਕਿ ਕਈ ਆਪਣੇ ਬਾਹਾਂ ਦੇ ਟੈਟੂ ਲਾਏ ਹੋਏ ਨੇ ਵੀ 307 ਤੇ 302 ਦੇ ਵਿੱਚ ਮੈਂ ਮਤਲਬ 302 ਵਾਲਾ ਹੈ। ਅੱਛਾ, ਵੀ ਛੋਟਾ ਨਹੀਂ ਹੈ ਮੈਂ,
ਵੀ ਮੈਂ ਚੋਰ ਚੱਕਾ ਨਹੀਂ ਆ, ਕੋਈ ਵੀ ਕਿਸੇ ਨੇ ਕਿਸੇ ਤੋਂ ਚੇਨੀ ਖੋਲੀ ਜਾਂ ATM ਤੋੜ ਲਿਆ ਜਾਂ ਕਿਸੇ ਤੋਂ ਪੈਸੇ ਖੋਲੇ, ਤਾਂ ਉਹ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਦੇ ਆ। ਗੱਡੀਆਂ ਦੇ ਸਲੋਗਨ ਲਿਖੇ ਹੋਏ ਆ ਜੀ। ਅੱਛਾ, ਪਿੰਡ ਵਾਲੇ ਪਤਾ ਨਹੀਂ ਸ਼ੱਕ ਕਰਦੇ ਕਿ ਹਾਂਜੀ ਹਾਂ, ਬਲੈਕ ਕਰਦਾ, ਹਾਂਜੀ ਕੁਛ ਇਸ ਟਾਈਪ ਦੀਆਂ ਗੱਡੀਆਂ ਦੇ ਉੱਪਰ ਲਿਖੇ ਹੋਏ ਨੇ। ਉਹ ਗਾਣਾ ਵੀ ਹੈ ਤੇ ਪਲੱਸ ਉਹਦੀਆਂ ਇਹੋ ਜਿਹੀਆਂ ਟੈਗ ਲਾਈਨਸ ਨੂੰ ਬਣਾ ਕੇ ਆਪਣੇ ਆਪ ਨੂੰ ਇਹ ਫਖਰ ਮਹਿਸੂਸ ਕਰਦੇ। ਜਿਹੜੇ ਮੇਨ ਸਮਗਲਰ ਹੈ ਜਾਂ ਹੋਰ ਹੈ, ਉਹ ਇੱਥੇ ਨਹੀਂ ਬੈਠੇ, ਉਹ ਬਾਹਰੋਂ ਆਪਰੇਟ ਕਰ ਰਹੇ ਆ। ਬਾਹਰੋਂ ਆਪਰੇਟ ਇਨ ਦਾ ਸੈਂਸ ਜਾਂ ਤਾਂ ਉਹ ਫੋਰਨ ਕੰਟਰੀ 'ਚ ਬੈਠੇ ਆ ਜਾਂ ਉਹ ਵੱਡੀਆਂ ਸਿਟੀਜ਼ 'ਚ ਬੈਠੇ ਨੇ, ਕੋਈ ਫਲੈਟ ਲੈ ਕੇ ਬੈਠਾ, ਕੋਈ ਅਪਾਰਟਮੈਂਟ, ਕੋਈ ਜਿੱਥੇ ਵੀ ਬੈਠਾ, ਤੇ ਜਿਹੜੇ ਕਰਿੰਦੇ ਨੇ ਉਹਨਾਂ ਤੋਂ ਇਹ ਕੰਮ ਕਰਾਉਂਦੇ। ਪੰਜਾਬ 'ਚ ਅੱਤਵਾਦ ਦਾ ਦੌਰ ਖਤਮ ਹੁੰਦਾ ਹੈ ਔਰ ਗੈਂਗਸਟਰਵਾਦ ਦਾ ਦੌਰ ਸ਼ੁਰੂ ਹੁੰਦਾ ਹੈ। ਗੈਂਗਸਟਰ ਫਿਨੋਮੀਨਾ ਪੰਜਾਬ ਦੇ ਵਿੱਚ ਜਨਮ ਲੈਂਦਾ ਹੈ ਔਰ ਉਸ ਤੋਂ ਬਾਅਦ ਗੈਂਗਸਟਰ ਔਰ ਨਸ਼ੇ ਦਾ ਜੋ ਨੈਕਸਸ ਹੈ ਉਹ ਲਗਾਤਾਰ ਅੱਗੇ ਵੱਧਦਾ ਹੋਇਆ ਨਜ਼ਰ ਆਉਂਦਾ ਹੈ। ਕਈ ਵਾਰ ਗੱਲਾਂ ਉਤਲੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ, ਪਰ ਜੜ ਤੱਕ ਜੇਕਰ ਜਾਣ ਦੀ ਗੱਲ ਕਰੀਏ ਔਰ ਉੱਥੋਂ ਦੀ ਸ਼ੁਰੂਆਤ ਦੀ ਗੱਲ ਕਰੀਏ ਕਿ ਇਹ ਗੈਂਗਸਟਰ ਫਿਨੋਮੀਨਾ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਤੋਂ ਬਾਅਦ ਸ਼ੁਰੂ ਹੁੰਦਾ ਹੈ ਔਰ ਕਿਵੇਂ ਆਪਣੇ ਪੈਰ ਪਸਾਰਦਾ ਇੱਥੋਂ ਤੱਕ ਪਹੁੰਚ ਜਾਂਦਾ ਹੈ ਕਿ ਹੁਣ ਪੰਜਾਬ ਦੇ ਵਿੱਚ 3 ਚੀਜ਼ਾਂ ਦੇ ਉੱਤੇ ਚਰਚਾ ਹੁੰਦੀ ਹੈ। ਕੋਡ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਹੈ, ਜਿਸ ਦੇ ਵਿੱਚ ਨਸ਼ਾ, ਗੈਂਗਸਟਰ ਤੇ ਐਕਸਟੋਰਸ਼ਨ ਦਾ ਜ਼ਿਕਰ ਹੁੰਦਾ ਹੈ। ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਬਹੁਤ ਹੀ ਕਾਬਿਲ ਅਫਸਰ ਜਿਨ੍ਹਾਂ ਨੇ ਕਈ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕੀਤਾ, ਕਈਆਂ ਨੂੰ ਸਿੱਧੇ ਰਾਹ ਦੇ ਉੱਤੇ ਪਾਇਆ ਔਰ ਅਜੇ ਵੀ ਉਹਨਾਂ ਦਾ ਸ਼ਿਕੰਜਾ ਲਗਾਤਾਰ ਜਾਰੀ ਹੈ। ਸਾਡੇ ਨਾਲ ਤਰਨਤਾਰਨ ਦੇ SSP ਔਰ AIG AGTF ਦੇ ਬਾਰਡਰ ਰੇਂਜ ਦੇ ਗੁਰਮੀਤ ਸਿੰਘ ਚੌਹਾਨ ਹੋਣੀ ਮੌਜੂਦ ਹੈ। ਗੱਲਬਾਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਰ, ਜਿਵੇਂ ਮੈਂ ਜ਼ਿਕਰ ਕੀਤਾ ਕਿ ਅੱਤਵਾਦ ਦਾ ਦੌਰ ਖਤਮ ਹੁੰਦਾ ਹੈ ਔਰ ਇਹ ਗੈਂਗਸਟਰਵਾਦ ਦਾ ਸ਼ੁਰੂ ਹੁੰਦਾ ਹੈ। ਡਿੰਪੀ ਚੰਦਭਾਨ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਰੌਕੀ ਦੀ ਗੱਲ ਕਰ ਲਈਏ, ਇਹ ਜਨਮ ਲੈਂਦੇ ਨੇ, ਗੈਂਗਸਟਰ ਦੀ ਦੁਨੀਆ ਦੇ ਵਿੱਚ ਆਉਂਦੇ ਨੇ ਔਰ ਉਸ ਤੋਂ ਬਾਅਦ ਦੀਆਂ ਹੀ ਇਹ ਰਾਈਵਲਰੀਜ਼ ਔਰ ਉਸ ਤੋਂ ਬਾਅਦ ਦੀਆਂ ਇਹ ਗੈਂਗ ਵਾਰਸ ਚੱਲਦੀਆਂ ਹੋਈਆਂ ਅੱਗੇ ਵਧੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਜੇ ਜੜ ਦੀ ਆਪਾਂ ਗੱਲ ਕਰੀਏ, ਇਹ ਜੜ ਲੱਗਦੀ ਕਿਵੇਂ ਹੈ, ਇਹ ਨੈਕਸਸ ਬਣਦਾ ਕਿਵੇਂ? ਬੇਸਿਕਲੀ ਜਦੋਂ ਟੈਰਰਿਜ਼ਮ ਦਾ ਫੇਸ ਸੀਗਾ, ਉਹਦੇ ਉਸ ਦੌਰ ਦੇ ਵਿੱਚ ਕਾਫੀ ਇੱਕ ਜਿਹੜਾ ਪੋਲੀਟੀਕਲ ਸੈਟਅਪ ਤੇ ਪੋਲੀਟੀਕਲ ਸਿਸਟਮ ਜਿਹੜਾ ਹੈਗਾ ਉਹ ਅਪਸੈਟ ਰਿਹਾ। ਉਸ ਦੌਰ ਦੇ ਵਿੱਚ ਖਾਸ ਕਰਕੇ ਜਿਹੜੇ ਲੀਡਰਸ, ਯੰਗ ਲੀਡਰਸ ਜਿਹੜੇ ਅਲਟੀਮੇਟਲੀ ਉਹ ਸਕੂਲ ਕਾਲਜਸ ਚੋਂ ਆਉਂਦੇ ਨੇ, ਕਾਲਜਸ ਦੇ ਵਿੱਚੋਂ, ਯੂਨੀਵਰਸਿਟੀਜ਼ ਚੋਂ ਆਉਂਦੇ ਨੇ। ਸੋ ਉਹ ਇੱਕ ਦੌਰ ਸੀਗਾ ਜਿਹਦੇ 'ਚ ਇੱਕ ਵੈਕਿਊਮ ਰਿਹਾ। 80s ਅਰਲੀ 80s ਦੇ ਵਿੱਚ ਤੱਕ ਐਕਟਿਵ ਸੀਗੇ ਸਟੂਡੈਂਟ ਪੋਲਿਟਿਕਸ ਦੇ ਵਿੱਚ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰਭਜਿੰਦਰ, ਡਿੰਪੀ ਹੋਰਾਂ ਦੀ, ਤੇ ਜਿਹੜੇ ਕੁਝ ਹੋਰ ਉਸ ਟਾਈਮ ਦੇ ਲੀਡਰ ਸੀਗੇ, ਰੋਖਣ ਸੀ, ਰੌਕੀ ਬਾਅਦ 'ਚ ਆਇਆ। ਸੋ ਇਹ ਸਾਰੇ ਜਿਹੜੇ ਹੈਗੇ ਨੇ, ਇਹ 80s ਦੇ ਵਿੱਚ ਇਹਨਾਂ ਦੀ ਆਪਸ 'ਚ ਰਾਈਵਲਰੀਜ਼ ਚੱਲਦੀਆਂ ਹੁੰਦੀਆਂ ਸੀਗੀਆਂ। ਤੋ ਉਸ ਟਾਈਮ ਦੇ ਉੱਤੇ ਵੀ ਬੇਸਿਕ ਕੰਟਰੋਲ ਜਿਹੜਾ ਹੈਗਾ ਉਹ ਕਾਲਜ ਤੇ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟਸ਼ਿਪ ਦੀ ਤੇ ਕਾਲਜਸ ਦੇ ਪ੍ਰੈਜ਼ੀਡੈਂਟਸ਼ਿਪ ਦੀ ਹੁੰਦੀ ਸੀ। ਉਹ ਅਲਟੀਮੇਟਲੀ ਕਿਸੇ ਨਾ ਕਿਸੇ ਲੈਵਲ ਤੇ ਉਹਨਾਂ ਨੂੰ ਆਈਦਰ ਗਰੁੱਪਸ ਨੂੰ ਕੋਈ ਨਾ ਕੋਈ ਪੋਲੀਟੀਕਲ ਗੋਡਫਾਦਰ ਜਿਹੜਾ ਹੈਗਾ ਉਹਨਾਂ ਨੂੰ ਬੈਕਅਪ ਕਰਦਾ ਸੀ। ਸੋ ਮਤਲਬ ਆਈਦਰ ਉਹਦਾ ਜਿਹੜਾ ਗਵਰਨਿੰਗ ਜਿਹੜੀ ਰੂਲਿੰਗ ਪਾਰਟੀ ਹੈ ਉਹਦਾ ਇੱਕ ਪਾਰਟੀ ਕੋਲੇ ਹੱਥ ਹੋਏਗਾ ਤਾਂ ਦੂਜਾ ਉਹਦਾ ਆਪੋਜ਼ਿਟ ਜਿਹੜੀ ਹੈਗੀ ਉਹਨਾਂ ਕੋਲੇ ਹੁੰਦਾ। ਸੋ ਉਹ ਇੱਕ ਦੌਰ ਸੀਗਾ ਜਿਹੜਾ ਜਦੋਂ 80s ਤੋਂ ਬਾਅਦ ਜਿਹੜਾ ਟੈਰਰਿਜ਼ਮ ਦਾ ਫੇਸ ਸ਼ੁਰੂ ਹੋਇਆ, 84 ਆਇਆ, 85 89 ਤੱਕ, ਉਹਦੇ 'ਚ ਇੱਕ ਬੜੀ ਵੈਕਿਊਮ ਰਹੀ ਤੇ ਸਟੂਡੈਂਟ ਪੋਲਿਟਿਕਸ ਟੁੱਕ ਅ ਬੈਕ ਸੀਟ। ਪਰ ਜਿਹੜਾ ਇੱਕ ਡੀ ਫੈਕਟੋ ਕੰਟਰੋਲ ਹੈ ਯੂਨੀਵਰਸਿਟੀਜ਼ ਤੇ ਕਾਲਜਸ ਦਾ ਲੈਣ ਵਾਸਤੇ, ਇਹ ਇਹਨਾਂ ਦਾ ਜਿਹੜਾ ਹੈਗਾ ਉਹ ਜਿੱਥੇ ਕਿਤੇ ਅੱਗੇ ਪਹਿਲਾਂ ਪੋਲੀਟੀਕਲ ਲੀਡਰਸ ਦੀ ਸਪੋਰਟ ਲੈਂਦੇ ਸੀ, ਤਾਂ ਇਹਨਾਂ ਨੇ ਕੁਝ ਹੱਦ ਤੱਕ ਥੋੜੇ ਬਹੁਤ ਮਿਲੀਟੈਂਟ ਲੀਡਰਸ਼ਿਪ ਨਾਲ ਵੀ ਆਪਣੇ ਜਿਹੜੇ ਹੈਗੇ ਨੇ ਹੱਥ ਜੋੜੇ ਇਹਨਾਂ ਨਾਲ, ਉਹਨਾਂ ਦੀ ਸਪੋਰਟ ਲਈ, ਟੂ ਸੈਟਲ ਦੇਅਰ ਪਰਸਨਲ ਸਕੋਰਸ। ਉੱਥੋਂ ਹੀ ਇਹ ਜਿਹੜੀ ਇਹ ਬੇਸਿਕ ਜਨਮ ਲੈਂਦਾ ਹੈ, ਜਿਹੜਾ ਇਹਨਾਂ ਦਾ ਕੰਟੈਕਟਸ ਨੇ, ਇੱਕ ਜਿਹੜੇ ਇਹਨਾਂ ਨੂੰ ਐਕਸੈਸ ਟੂ ਸੋਫਿਸਟੀਕੇਟਡ ਵੈਪਨਸ, ਉਸ ਟਾਈਮ ਦੇ ਉੱਤੇ ਵੀ ਜਿਹੜੇ ਕਈ ਸੋਫਿਸਟੀਕੇਟਡ ਵੈਪਨ ਸਟੂਡੈਂਟ ਲੀਡਰਸ ਜਿਹੜੇ ਇਹ ਗੈਂਗਸ ਵਾਲੇ, ਇਹਦੇ ਸ਼ੁਰੂਆਤ ਸੀਗੀ, ਉਦੋਂ ਇਹ ਗੈਂਗਸਟਰ ਨਹੀਂ ਸੀਗੇ, ਉਦੋਂ ਤਾਂ ਇਹ ਸਟੂਡੈਂਟ ਲੀਡਰ ਸੀਗੇ। ਗੈਂਗਸਟਰ ਸ਼ਬਦ ਆਉਂਦਾ ਕਦੋਂ ਹੈ? ਗੈਂਗਸਟਰ ਜਿਹੜਾ ਸ਼ਬਦ ਬਹੁਤ ਬਾਅਦ 'ਚ, ਇਹ ਤਾਂ ਰੀਸੈਂਟ ਫਿਨੋਮੀਨਾ ਹੈਗਾ ਜੀ। ਪਹਿਲਾਂ ਤਾਂ ਉਹ ਆਮ ਤਾਂ ਬਦਮਾਸ਼ ਨੇ ਬੇਸਿਕਲੀ, ਤਾਂ ਅਸੀਂ ਤਾਂ ਜੇ ਇਹਨੂੰ ਪੰਜਾਬੀ 'ਚ ਪੁਲਿਸ ਦੀ ਲੈਂਗੁਏਜ ਕਿਹਾ ਜਾਵੇ ਤਾਂ ਸਾਰੇ ਬਦਮਾਸ਼ ਨੇ। ਸੋ ਗੈਂਗਸਟਰ ਜੇ ਪਰਸੇ ਗੈਂਗਸਟਰ ਦੀ ਡੈਫੀਨੇਸ਼ਨ ਦੇਖਿਆ ਜਾਵੇ ਤਾਂ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਕੁਆਲੀਫਾਈ ਨਹੀਂ ਕਰਦਾ ਕਿ ਉਸ ਲੈਵਲ ਦਾ
ਜਿਹੜਾ ਗੈਂਗਸਟਰ ਜਿਹੜੇ ਕਿ ਅਸੀਂ ਸੁਣਦੇ ਸੀ ਨਿਊਯਾਰਕ ਦੇ ਵਿੱਚ, ਸ਼ਿਕਾਗੋ ਦੇ ਵਿੱਚ, ਜੀ ਜਾਂ ਉਹ ਇੱਕ ਬਹੁਤ ਵੱਡੇ ਕਾਰਟਲਸ ਹੁੰਦੇ ਸੀਗੇ। ਇਹ ਉਸ ਲੈਵਲ ਦੀ ਕਦੇ ਵੀ ਹਲੇ ਤੱਕ ਉੱਥੇ ਨਹੀਂ ਹੈ। ਜਾਂ ਮੁੰਬਈ ਦੇ ਆਪਾਂ ਹਾਂਜੀ, ਉਹ ਮੁੰਬਈ ਵੀ ਵੱਧ ਚਾਏ। ਸੋ ਪਹਿਲਾਂ ਜਿਹੜੇ ਲੀਡਰਸ, ਜਿਹੜੇ ਸਮਗਲਰਸ ਜਾਂ ਜਿਹੜੇ ਵੀ ਹੁੰਦੇ ਸੀਗੇ ਉਹਨਾਂ ਕ੍ਰਿਮੀਨਲਸ, ਉਹ ਬੇਸਿਕ ਉੱਥੋਂ ਤੱਕ ਹੁੰਦੇ ਰਿੰਗ ਲੀਡਰਸ ਹੁੰਦੇ ਸੀਗੇ ਉਹਨਾਂ ਬਦਮਾਸ਼ਾਂ ਦਾ। ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਿਜ਼ਮ ਦਾ ਜਿਹੜਾ ਫਿਨੋਮੇਨਾ ਜਾਂ ਵਰਡਸ ਯੂਜ਼ ਕਰਨੇ ਸ਼ੁਰੂ ਕੀਤੇ ਨੇ, ਇਹ ਬਹੁਤ ਰੀਸੈਂਟ ਹੈ। ਇਹਦਾ ਮੇਰਾ ਖਿਆਲ ਹੈ ਵੀ 2000 ਦੇ ਆਸੇ-ਪਾਸੇ ਲੇਟ 90s ਦੇ ਵਿੱਚੋਂ 2000 ਦੇ ਵਿੱਚ ਸ਼ੁਰੂ ਹੋਇਆ। ਔਰ ਸਰ ਜਦੋਂ ਇਹ ਉਪਜ ਹੁੰਦੀ ਹੈ ਉਦੋਂ ਤੁਹਾਡੀ ਪੋਸਟਿੰਗ ਕਿੱਥੇ ਹੁੰਦੀ ਸੀਗੀ ਜੀ? ਜਦੋਂ ਮੈਂ ਤਾਂ ਖੈਰ ਜੁਆਇਨ ਦੀ ਸਰਵਿਸ ਇਨ 94 ਤੇ ਉਸ ਟਾਈਮ ਤੱਕ ਮਤਲਬ ਸਟੂਡੈਂਟ ਲੀਡਰਸ ਇਮਰਜ ਕਰ ਚੁੱਕਿਆ ਸੀ। ਪ੍ਰਭਜਿੰਦਰ ਡਿੰਪੀ ਦੇ ਉਦੋਂ ਕ੍ਰਿਮੀਨਲ ਤੇ ਰੌਕੀ ਦੇ ਜਿਹੜੇ ਕਾਰਨਾਮੇ ਤੇ ਕਿੱਸੇ ਉਦੋਂ ਸ਼ੁਰੂ ਹੋ ਗਏ ਸੀ। ਇਹਨਾਂ ਨੇ ਇਨੀਸ਼ੀਅਲੀ ਉਥੋਂ ਪੰਚਕੂਲੇ ਤੋਂ ਬੱਦੀ ਤੋਂ ਕੋਈ ਇੰਡਸਟਰੀਲਿਸਟ ਨੂੰ ਕਿਡਨੈਪ ਕੀਤਾ, ਫਿਰ ਇਹਨਾਂ ਦੇ ਲਿੰਕਸ ਯੂਪੀ ਦੇ ਕੁਝ ਗੈਂਗਸਟਰਸ ਨਾਲ ਹੋ ਗਏ, ਜਿਨ੍ਹਾਂ ਵਿੱਚ ਮੁਖਤਾਰ ਅੰਸਾਰੀ ਦਾ ਨਾਮ ਵੀ ਆਉਂਦਾ ਹੈ। ਤੇ ਉਹਨਾਂ ਨਾਲ ਫਿਰ ਉਹਨਾਂ ਦੇ ਉੱਥੋਂ ਵੀ ਬੱਚੇ ਇਹ ਅਗਵਾ ਕਰਕੇ ਇੱਥੇ ਲਿਆਂਦੇ ਸੀਗੇ। ਉਹ ਕੁਝ ਇਹੋ ਜਿਹੇ ਇੰਸਟੈਂਸਸ ਆਏ ਸੀਗੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਇਹ ਕੀਤਾ। ਅਲਟੀਮੇਟਲੀ ਇਹਨਾਂ ਦੀ ਬੈਂਗਲੌਰ ਦੇ ਵਿੱਚ ਇਹਨਾਂ ਨੇ ਇੱਕ ਕਿਡਨੈਪਿੰਗ ਕੀਤੀ, ਜਿਹਦੇ ਵਿੱਚੋਂ ਫਿਰ ਇਹ ਡਿੰਪੀ ਪ੍ਰਭਜਿੰਦਰ ਪਹਿਲਾਂ ਫੜਿਆ ਗਿਆ ਤੇ ਰੌਕੀ ਜਿਹੜਾ ਇੱਕ ਸ਼ੂਟ ਆਊਟ ਤੋਂ ਬਾਅਦ ਤੇ ਉੱਥੇ ਫੜਿਆ ਗਿਆ ਸੀ। ਤੇ ਨਾਲ ਉਹਨਾਂ ਦੇ ਨਾਲ ਦਾ ਜਿਹੜਾ ਕਸਟਡੀ 'ਚ ਬੱਚਾ ਚੱਕਿਆ ਹੋਇਆ ਸੀਗਾ, ਉਹਨੂੰ ਇਹਨਾਂ ਨੇ ਛੁਡਾ ਲਿਆ ਸੀਗਾ। ਸੋ ਇਹ ਕਾਫੀ ਉਸ ਟਾਈਮ ਦੇ ਉੱਤੇ ਇਹਨਾਂ ਨੇ ਆਪਣਾ ਇਸ ਜਿਹੜਾ ਹੈਗਾ ਕ੍ਰਾਈਮ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ ਸੀਗਾ ਤੇ ਇੰਟਰਸਟੇਟ ਇਹਨਾਂ ਦੇ ਜਿਹੜੇ ਕਨੈਕਸ਼ਨਸ ਹੋ ਗਏ ਸੀ। ਔਰ ਸਰ ਤੁਹਾਡਾ ਸਭ ਤੋਂ ਪਹਿਲਾਂ ਵਾਹ ਕਿਹੜੇ ਇਹਨਾਂ ਬਦਮਾਸ਼ ਦੇ ਨਾਲ, ਜਿਹਨੂੰ ਤੁਸੀਂ ਕਿਹਾ ਕਿ ਮੈਂ ਤਾਂ ਬਦਮਾਸ਼ ਸ਼ਬਦ ਹੀ ਨੂੰ ਵਰਤਾਂਗਾ, ਹੈ ਨਾ? ਹਾਂਜੀ। ਤਾਂ ਕਿਹੜੇ ਇਹੋ ਜਿਹੇ ਗੈਂਗਸਟਰ ਨਾਲ ਤੁਹਾਡਾ ਵਾਹ ਪੈਂਦਾ ਹੈ? ਸਭ ਤੋਂ ਪਹਿਲਾਂ ਤੁਹਾਡਾ ਕੀ ਸੀਗਾ ਐਕਸਪੀਰੀਅੰਸ? ਇਸ ਤੋਂ ਪਹਿਲਾਂ ਜਿਹੜੇ ਹੁੰਦੇ ਸੀਗੇ ਲਿਮਿਟਿਡ ਇਹਨਾਂ ਦੀ ਏਰੀਆ ਹੁੰਦਾ ਸੀਗਾ, ਰੋਲ ਹੁੰਦਾ ਸੀਗਾ। ਜਿਵੇਂ ਅਸੀਂ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਪੋਸਟਡ ਰਹੇ ਹਾਂ। ਮੈਂ ਪਟਿਆਲੇ ਦੇ ਵਿੱਚ ਮੇਰੀ ਐਜ਼ ਅ DSP SP ਸਰਵਿਸ ਕੀਤੀ ਹੈ। ਉਸ ਟਾਈਮ ਦੇ ਉੱਤੇ ਛੋਟੇ-ਮੋਟੇ ਜਿਹੜੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਸੀ ਉੱਥੇ ਲੋਕਲ ਕਾਲਜਸ ਦੇ ਵਿੱਚ, ਤਾਂ ਉਹਦੇ 'ਚ ਕੋਈ ਨਾ ਕੋਈ ਲੀਡਰ ਜਿਹੜੇ ਝਗੜੇ ਕਰਦੇ ਸੀਗੇ ਆਪਸ 'ਚ। ਭਲਵਾਨ ਵਾਲੇ ਜ਼ਿਆਦਾ ਫੇਮਸ ਸੀਗੇ ਇਸ ਟਾਈਪ ਦੇ ਜਿਹੜੇ ਆਪਣੇ ਆਪ ਇੱਕ ਦੂਜੇ ਨਾਲ ਇਹਨਾਂ ਨੇ ਝਗੜੇ ਕਰਨੇ, ਹੋਰ ਕਰਨੇ। ਫਿਰ ਉਹ ਜਿਹੜੇ ਅਲਟੀਮੇਟਲੀ ਇਹਨਾਂ ਨੇ ਵੈਪਨ, ਇਹਨਾਂ ਕੋਲੇ ਦੇਸੀ ਇਸ ਟਾਈਪ ਦੇ ਵੈਪਨ ਹੁੰਦੇ ਸੀ, ਬਹੁਤ ਸਫਿਸਟੀਕੇਟਡ ਵੈਪਨ ਨਹੀਂ ਸੀ, ਰਿਪੀਟਰ ਈਵਨ ਪਿਸਟਲਸ ਵੀ ਨਹੀਂ ਹੁੰਦੇ ਸੀਗੇ। ਤਾਂ ਉਹ ਕੱਟਿਆਂ ਕੁੱਟਿਆਂ ਨਾਲ ਇਹਨਾਂ ਨੇ ਦੇਸੀ ਇਹਨਾਂ ਨੇ ਕਰਨਾ। ਉਹਦੇ 'ਚ ਇਹਨਾਂ ਨੇ ਕੁਛ ਇੱਕ ਨੇ ਲੜਾਈਆਂ ਝਗੜੇ ਕਰਨੇ, ਫਿਰ ਭਗੌੜੇ ਹੋ ਜਾਣਾ। ਮਤਲਬ ਇਹੋ ਜਿਹੇ ਆਈ ਡੋਂਟ ਵਾਂਟ ਟੂ ਨੇਮ ਐਨੀ ਪਰਸਨ ਇਨ ਪਾਰਟਿਕੂਲਰ। ਬਾਕੀ ਇਹ ਮਤਲਬ ਸੀਗੇ, ਪਰ ਉਦੋਂ ਇਹ ਫੜ ਲੈਂਦੇ ਸੀਗੇ, ਫੜੇ ਜਾਂਦੇ ਸੀਗੇ, ਕੁੱਟਮਾਰ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਹੈ, ਇਹਨਾਂ ਨੇ ਜੋ ਵੀ ਕ੍ਰਾਈਮ ਕੀਤਾ ਹੁੰਦਾ ਤਾਂ ਉਹ ਆਪਣਾ ਇਹ ਜੇਲ੍ਹ 'ਚ ਚਲੇ ਜਾਂਦੇ, ਕੇਸਿਸ ਫੇਸ ਕਰ ਰਹੇ ਸੀਗੇ। ਹੌਲੀ ਓਵਰ ਅ ਪੀਰੀਅਡ ਆਫ ਟਾਈਮ ਇਹਨਾਂ ਦਾ ਜਿਹੜਾ ਹੈਗਾ ਦਾਇਰਾ, ਜਦੋਂ ਇਹ ਫੜ ਕੇ ਜੇਲ੍ਹ ਚਲੇ ਜਾਣ ਲੱਗ ਗਏ, ਤਾਂ ਇਹਨਾਂ ਦੇ ਜਿਵੇਂ ਹੁਣ ਪਟਿਆਲੇ ਦਾ ਕੋਈ ਕ੍ਰਿਮੀਨਲ ਸੀਗਾ ਜਾਂ ਬਦਮਾਸ਼ ਸੀਗਾ, ਉਹ ਪਟਿਆਲੇ ਤੱਕ ਲਿਮਿਟਡ ਹੁੰਦਾ ਸੀ। ਉਹਦੀ ਮਾਰ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਜ਼ੀਰਕਪੁਰ, ਡੇਰਾਬੱਸੀ ਤੱਕ, ਜਾਂ ਉਹਨੇ ਕਿਤੇ ਸੰਗਰੂਰ ਦੇ ਏਰੀਏ ਦੇ ਵਿੱਚ ਜਾਂ ਇਸ ਤਰ੍ਹਾਂ ਕਰਨਾ। ਸਿਮਿਲਰਲੀ ਜਿਹੜੇ ਮਾਝੇ 'ਚ ਸੀਗੇ, ਉਹਨਾਂ ਦੀ ਜੇ ਅੰਮ੍ਰਿਤਸਰ ਹੈ, ਬਟਾਲਾ, ਗੁਰਦਾਸਪੁਰ, ਉਹਨਾਂ ਦਾ ਇੱਥੋਂ ਤੱਕ ਲਿਮਿਟਡ ਹੁੰਦਾ ਸੀਗਾ। ਇਸੇ ਤਰ੍ਹਾਂ ਹੀ ਤਰਨਤਾਰਨ ਦੇ, ਇਹ ਸਭ ਲੋਕਲਾਈਜ਼ਡ ਹੁੰਦੇ ਸੀ। ਪਰ ਇਹਨਾਂ ਨੇ ਗ੍ਰੈਜੂਅਲੀ ਜਦੋਂ ਜੇਲ੍ਹਾਂ 'ਚ ਜਾ ਕੇ ਇੱਕ ਦੂਜੇ ਨਾਲ ਇਹਨਾਂ ਦੇ ਕ੍ਰਾਸ ਕਨੈਕਸ਼ਨਸ ਹੋਏ, ਤਾਂ ਇਹਨਾਂ ਦੀਆਂ ਗਰੁੱਪਿੰਗਸ ਹੋ ਗਈਆਂ, ਉਹਨਾਂ ਨਾਲ ਇਹਨਾਂ ਦੀ ਸਟਰੈਂਥ ਵੱਧ ਗਈ। ਸੋ ਇਹਨਾਂ ਨੇ ਇੱਕ ਪਾਰਟਿਕੂਲਰ ਗੈਂਗ ਦੇ ਬੰਦੇ ਨਾਲ, ਜੇ ਫੋਰ ਐਗਜ਼ਾਮਪਲ ਪਟਿਆਲੇ ਦੇ ਬੰਦੇ ਨੇ, ਤੇ ਉਹਨਾਂ ਨੂੰ ਮਾਝੇ ਦਾ ਇੱਕ ਗਰੁੱਪ ਦਾ ਬੰਦਾ ਕੋਈ ਮਿਲ ਗਿਆ, ਜੱਗੂ ਭਗਵਾਨਪੁਰੀਆ ਦਾ ਫੋਰ ਐਗਜ਼ਾਮਪਲ ਮਿਲ ਗਿਆ, ਤਾਂ ਉਹ ਇਕੱਠੇ ਹੋ ਗਏ। ਤਾਂ ਉਹਨਾਂ ਦੇ ਜਿਹੜੇ ਰਾਈਵਲ ਨੇ, ਉਹਨਾਂ ਨੇ ਆਟੋਮੈਟਿਕਲੀ ਇੱਕ ਦੂਜੇ ਨਾਲ ਅਲਾਈਨਮੈਂਟ ਕਰ ਲੈਣੀ ਹੈ। ਜੋ ਜੱਗੂ ਭਗਵਾਨਪੁਰੀਆ ਦਾ ਇੱਥੇ ਆਪੋਜ਼ਿੰਗ ਗੈਂਗ ਹੈਗਾ ਮਾਝੇ ਦੇ ਵਿੱਚ, ਤੇ ਜੋ ਪਟਿਆਲੇ ਦੇ ਵਿੱਚ ਕਿਸੇ ਦਾ ਆਪੋਜ਼ਿੰਗ ਗੈਂਗ ਹੈ, ਜਾਂ ਬਠਿੰਡੇ ਦੇ ਜਾਂ ਫਰੀਦਕੋਟ ਦਾ, ਤਾਂ ਉਹ ਇੱਕ ਦੂਜੇ ਨਾਲ ਇਕੱਠੇ ਹੋ ਜਾਂਦੇ ਸੀ। ਤਾਂ ਐਵੇਂ ਨੈਕਸਸ ਇਹ ਸਾਰੇ ਸ਼ੁਰੂ ਹੋਇਆ। ਇਹ 98, 99, 2000 ਦੇ ਵਿੱਚ, 2000 ਤੋਂ ਫਿਨੋਮੇਨਾ ਇਹ ਸਮਝ ਲਓ ਵੀ ਜ਼ਿਆਦਾ ਜਿਹੜਾ ਹੈਗਾ ਇਹ ਚੱਲਣਾ ਸ਼ੁਰੂ ਹੋਇਆ। ਔਰ ਸਰ ਜੀ ਤੁਸੀਂ ਕੁਝ ਕਹਿ ਰਹੇ ਸੀ? ਸੋ 2004, 5 ਦੈਟ ਦੇਅਰ ਆਫਟਰ। ਪਰ ਜਿਹੜੀ ਐਗਜ਼ੈਕਟਲੀ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਆਪਣੇ ਆਪ ਨੂੰ, ਉਹ 10 ਕੁ ਸਾਲ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸਟੈਬਲਿਸ਼ ਕੀਤਾ, ਉਹ ਤਕਰੀਬਨ 13-14 ਦੇ ਵਿੱਚ, ਜਦੋਂ ਸੁੱਖਾ ਕਾਲਵਾ, ਇਹ ਫਿਰ ਇੱਕ ਦੂਜੇ ਨੂੰ ਇੱਕ ਸੋਸ਼ਲ ਮੀਡੀਆ ਆ ਗਿਆ। ਸੋਸ਼ਲ ਮੀਡੀਆ ਨਾਲ ਇਹਨਾਂ ਦੀ ਆਊਟਰੀਚ ਬਹੁਤ ਵੱਧ ਗਈ। ਸੋਸ਼ਲ ਮੀਡੀਆ ਨਾਲ ਫਿਰ ਇੱਕ ਦੂਜੇ ਨੂੰ ਇਹ ਡਾਇਰੈਕਟਲੀ ਚੈਲੰਜ ਕਰਨ ਲੱਗ ਗਏ। ਉਹਦੇ ਨਾਲ ਇੱਕ ਤੁਹਾਡੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਰੀਚ ਹੋਣ ਕਰਕੇ ਤੁਹਾਡੇ ਫੋਲੋਇੰਗ ਵਧਣ ਲੱਗ ਗਈ, ਕਿ ਜਿਹੜਾ ਜਿੰਨਾ ਫਲੈਮਬੋਇੰਟ ਹੁੰਦਾ ਸੀ, ਉਹਦੀ ਉਨੀ ਫੋਲੋਇੰਗ ਹੁੰਦੀ ਸੀ। ਕਿਉਂਕਿ ਸਾਡੇ ਪੰਜਾਬੀ ਜਿਹੜੇ ਇਹ ਵੀ ਈਜ਼ੀਲੀ
ਕਿ ਵੀ ਇਹ ਜਿਹੜਾ ਗਲੈਮਰ ਹੈ ਜਾਂ ਕਿ ਫੈਸੀਨੇਸ਼ਨ ਕਿਸੇ ਵੀ ਚੀਜ਼ ਨੂੰ, ਪਿਸਤੌਲ, ਗਨਸ, ਬਦਮਾਸ਼ੀ, ਉਹਨੂੰ ਅਸੀਂ ਇਹਨੂੰ ਗਲੋਰੀਫਾਈ ਕਰਦੇ ਹਾਂ। ਕੁਝ ਇੱਕ ਹੋਰ ਫੈਕਟਰਸ ਹੋ ਗਏ, এনवायरमेंट ਇਹੋ ਜਿਹਾ ਹੋ ਗਿਆ ਜਿਹਦੇ ਨਾਲ ਇਹਨਾਂ ਨੂੰ ਇੱਕ ਰਾਈਪ এনवायरमेंट ਮਿਲ ਗਿਆ ਜਿਹਦੇ 'ਚ ਇਹ ਆਪਣੇ ਆਪ ਨੂੰ ਐਸਟੈਬਲਿਸ਼ ਕਰਨ 'ਚ ਕਾਮਯਾਬ ਹੋ ਗਏ। ਕਿਉਂਕਿ ਕਈ ਤਾਂ ਬਹੁਤ ਵਧੀਆ ਸਪੋਰਟਸਮੈਨ ਵੀ ਸੀਗੇ, ਬਹੁਤ ਬਿਹਤਰ ਖੇਡਾਂ ਖੇਡਦੇ ਸੀ। ਐਗਜ਼ੈਕਟਲੀ ਇਹ ਸਾਰੀ ਜਿਹੜੀ ਮੈਂ ਤੁਹਾਨੂੰ ਉਸ ਫੇਜ਼ ਦੇ ਵਿੱਚ ਤਕਰੀਬਨ ਸਾਰੇ ਉਹ ਅਲਟੀਮੇਟਲੀ ਚੱਲਿਆ ਕਿੱਥੋਂ? ਝਗੜੇ ਹੁੰਦੇ ਇਹਨਾਂ ਦੇ ਕਾਲਜ 'ਚ ਇੱਕ ਦੇ ਮੁੰਡੇ ਦਾ ਦੂਜੇ ਨਾਲ ਝਗੜਾ ਹੋ ਗਿਆ ਤਾਂ ਉਹਨੇ ਇੱਕ ਨੇ ਦੂਜੇ ਦੀ ਕਿਸੇ ਬਾਹਰਲੇ ਗਰੁੱਪ ਦੀ ਸਪੋਰਟ ਲੈ ਲਈ। ਉਹ ਜਿਹੜਾ ਗਰੁੱਪ ਹੈ ਉਹਦੀ ਕੈਪੇਬਿਲਿਟੀ ਹੁਣ ਕੱਲੀ ਇਹ ਨਹੀਂ ਰਹਿ ਗਈ ਸੀ ਕਿ ਲਿਮਿਟਡ ਕੀ ਵੀ ਆਪਾਂ ਮੁੰਡਿਆਂ ਨੂੰ ਮਾਰ ਕੇ ਚਲੋ 4 ਬੰਦੇ ਇਕੱਠੇ ਹੋ ਗਏ, ਕੁਛ ਨਹੀਂ ਹੋ ਰਿਹਾ। ਇਹਨਾਂ ਨੇ ਉਹਨਾਂ ਨੂੰ ਲੈ ਕੇ ਆਉਣਾ ਸ਼ੁਰੂ ਕੀਤਾ ਜਿਨ੍ਹਾਂ ਕੋਲੇ ਕੋਈ ਹਥਿਆਰ ਹੁੰਦੇ ਸੀ ਜਾਂ ਜਿਨ੍ਹਾਂ ਦਾ ਕੋਈ ਨਾਂ ਹੁੰਦਾ ਸੀ। ਜਿਵੇਂ ਕਿ ਫੋਰ ਐਗਜ਼ਾਮਪਲ ਜਿਵੇਂ ਕਿ ਸੁੱਖਾ ਕਾਲਵੇਂ ਸੀ, ਉਹ ਕਹਿੰਦਾ ਵੀ ਸੁੱਖੇ ਕਾਲਵੇਂ ਦਾ ਗਰੁੱਪ ਦਾ ਬੰਦਾ ਜੀ ਹੈ, ਜਾਂ ਮੈਂ ਜੱਗੂ ਭਗਵਾਨਪੁਰੀ ਦਾ, ਜਾਂ ਮੈਂ ਜੈਪਲ ਦਾ, ਜਾਂ ਮੈਂ ਸ਼ੇਰੇ ਖੁੱਬਣ ਦਾ, ਜਾਂ ਇਹ ਇਹਨਾਂ ਦਾ ਇੱਕ ਆਪਸ 'ਚ ਬ੍ਰਾਂਡ ਦੀ ਕਲੈਸ਼ ਹੋਣ ਲੱਗ ਗਿਆ ਜਿਹਦੇ ਕਰਕੇ ਇਹ ਸਾਰੇ ਹੌਲੀ ਹੌਲੀ ਇਹ ਹੋਰ ਰੂਪ ਧਾਰਦਾ ਗਿਆ। ਸਰ ਜਿਵੇਂ ਅਕਸਰ ਕਈਆਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਜਾਂ ਪੇਰੈਂਟਸ ਨਾਲ ਵੀ ਕਈਆਂ ਦੇ ਨਾਲ ਗੱਲਬਾਤ ਹੁੰਦੀ ਹੈ, ਹਰ ਕੋਈ ਕਹਿੰਦਾ ਹੈ ਕਿ ਕੋਈ ਮਾਂ ਦੀ ਕੁੱਖੋਂ ਗੈਂਗਸਟਰ ਨਹੀਂ ਜੰਮਦਾ ਹੁੰਦਾ, ਹਨਾ। ਹਾਲਾਤ ਅਜਿਹੇ ਬਣ ਜਾਂਦੇ ਨੇ, ਹਾਲਾਤ ਬਣ ਜਾਂਦੇ ਨੇ, ਔਰ ਬਹੁਤੇ ਸਵਾਲ ਫਿਰ ਉਹ ਖਾਕੀ ਦੇ ਉੱਤੇ ਵੀ ਆਉਂਦੇ ਨੇ, ਪੁਲਿਸ ਦੇ ਉੱਤੇ ਵੀ ਆਉਂਦੇ ਨੇ ਕਿ ਮਜਬੂਰ ਕਰ ਦਿੰਦੇ ਨੇ, ਕਹਿੰਦੇ ਉਹਨਾਂ ਨੂੰ ਇਹੋ ਜਿਹੇ ਹਾਲਾਤਾਂ ਦੇ ਵਿੱਚ ਧਸੇਲ ਦਿੰਦੇ ਨੇ। ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਕੱਲਾ ਜਿਹੜਾ ਹੈਗਾ ਕਿ ਇਹਨਾਂ ਨੂੰ, ਇਹ ਤੁਸੀਂ ਬਿਲਕੁਲ ਠੀਕ ਕਿਹਾ ਕਿ ਆਪਣੇ ਬੱਚਾ ਕੋਈ ਵੀ ਆਪਣੇ ਜਨਮ ਪੇਟ 'ਚੋਂ ਮਦਰ ਦੇ ਕੋਈ ਗੈਂਗਸਟਰ ਬਣ ਕੇ ਨਹੀਂ ਆਉਂਦਾ। ਹਾਲਾਤ ਜਿਹੜੇ ਹੁੰਦੇ, ਸਰਕਮਸਟੈਂਸਸ ਇਹੋ ਜਿਹੇ ਹੁੰਦੇ ਨੇ, ਉਹਦੇ 'ਚ ਸਾਰੇ ਐਵਰੀਬਡੀ ਇਜ਼ ਟੂ ਬੀ ਬਲੇਮ। ਦ ਐਂਟਾਇਰ ਜਿਹੜਾ ਇੱਕ এনवायरमेंट ਹੈ ਉਸ ਟਾਈਮ ਦੇ ਉੱਤੇ ਜੋ ਵੀ ਅਵੇਲੇਬਲ ਹੈ, ਉਹ ਇੱਕ ਉਹਦੇ ਜਿਹੜੇ ਫੈਕਟਰਸ ਨੇ ਉਹ ਤੇ ਇਫੈਕਟ ਕਰਦੇ ਨੇ। ਜਿਵੇਂ ਕੋਈ ਬੰਦਾ ਕੋਈ ਕ੍ਰਾਈਮ ਕਰ ਦਿੰਦਾ, ਲੜਾਈ ਝਗੜਾ ਕਰ ਦਿੰਦਾ, ਤੇ ਉਹ ਪੋਲੀਟੀਕਲ ਪੈਟਰਨੇਜ ਨਾਲ ਆਪਣੇ ਆਪ ਨੂੰ ਬਚਾ ਲੈਂਦਾ, ਜਾਂ ਉਹ ਆਪ ਤਾਂ ਬਚ ਜਾਂਦਾ, ਦੂਸਰਿਆਂ ਦਾ ਕਿਸੇ ਬੰਦੇ ਨੂੰ ਕਿਸੇ ਜਿਹੜੀ ਹੈਗੀ ਹੈ ਬੁੱਕ ਕਰ ਜਾਂਦੇ ਆ, ਜਾਂ ਉਹ ਪੁਲਿਸ ਦੇ ਥਰੂ ਜਾਂ ਅਦਰਵਾਈਜ਼ ਕਿ ਵੀ ਉਹਨੂੰ ਉਹ ਚੱਲ ਜਾਂਦਾ। ਸੋ ਉਹਦੇ ਨਾਲ ਇੱਕ ਜਿਹੜੀ ਹੈਗੀ ਹੈ ਇੱਕ ਪੋਲੀਟੀਕਲ ਸਿਸਟਮ ਸਦਾ ਤਾਂ ਪਰਮਾਨੈਂਟ ਨਹੀਂ ਹੈ, ਤਾਂ ਜਦੋਂ ਚੇਂਜ ਹੁੰਦੀ ਹੈ ਤਾਂ ਗਰੁੱਪਸ ਦੀ ਅਲਾਈਨਮੈਂਟ ਵੀ ਚੇਂਜ ਹੋ ਜਾਂਦੀ ਹੈ। ਫਿਰ ਕਦੇ ਕਿਸੇ ਦਾ ਅਪਰ ਹੈਂਡ ਹੋ ਜਾਂਦਾ, ਕਿਸੇ ਦਾ ਕਦੇ ਕਦੇ। ਸੋ ਮੈਂ ਦੱਸਿਆ ਤੁਹਾਨੂੰ ਕਿਤੇ ਜੋ ਟੈਰਰਿਜ਼ਮ ਵੇਲੇ ਤੋਂ ਵੀ ਉਦੋਂ ਵੀ ਜਿਹੜੇ ਟੈਰਰਿਸਟ ਜ਼ਿਆਦਾ ਐਸੋਸੀਏਟਡ ਹੁੰਦੇ ਸੀ ਉਹਨਾਂ ਦੀ ਸਪੋਰਟ ਲੈ ਕੇ ਉਹ ਤਗੜੇ ਹੋ ਗਏ ਜੀ। ਜਿਵੇਂ ਸੋ ਦੇ ਐਵਰੀਬਾਡੀ ਗੋਜ਼ ਟੁਵਰਡਸ ਸਟਰੈਂਥ, ਕਿਤੇ ਤਾਕਤ ਵੱਲ ਜਾਣਾ, ਨੌਜਵਾਨੀ ਨੂੰ ਵਰਤ ਕੇ ਫਿਰ ਸੜ ਦਿੰਦੇ। ਹਾਂ, ਉਹ ਇਹ ਸਾਰਾ ਦਿਸ ਇਜ਼ ਅ ਬਿਗ ਲੈਸਨ ਅੱਜ ਵੀ ਜਿਹੜਾ ਅਸੀਂ ਦੇਖ ਰਹੇ ਹਾਂ, ਜਿੰਨੇ ਓਵਰ ਪੀਰੀਅਡ ਆਫ ਜਿੰਨੀ ਵੀ ਸਰਵਿਸ ਦੇ ਵਿੱਚ ਮੈਂ ਦੇਖਿਆ ਕਿ ਸਭ ਤੋਂ ਵੱਡਾ ਭੁਲੇਖਾ ਯੂਥ ਨੂੰ ਇਹ ਹੁੰਦਾ ਹੈ, ਜਿਹੜੇ ਵੀ ਬੰਦੇ ਇਸ ਦਲਦਲ 'ਚ ਫਸਦੇ ਨੇ, ਉਹ ਇਹ ਸੋਚਦੇ ਨੇ ਕਿ ਅਸੀਂ ਜਿਹੜੀ ਕੀ ਕਹਿੰਦੇ ਹੁੰਦੇ ਨੇ, ਸਾਡੇ ਪਿੱਛੇ ਸਪੋਰਟ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਅੱਜ ਸਾਡੇ ਨਾਲ ਹੈ ਤੇ ਹਮੇਸ਼ਾ ਨਾਲ ਰਹਿਣਗੇ। ਬਟ ਨਥਿੰਗ ਇਜ਼ ਪਰਮਾਨੈਂਟ। ਉਹਨਾਂ ਦੀਆਂ ਇਕੁਏਸ਼ਨਸ ਚੇਂਜ ਹੁੰਦੀਆਂ, ਬਹੁਤ ਫਾਸਟ ਚੇਂਜ ਹੁੰਦੀਆਂ ਨੇ। ਸੋ ਉਹ ਜਿਵੇਂ ਹੀ ਪਾਵਰ ਚੇਂਜ ਹੋਣੀ ਹੈ ਤਿਵੇਂ ਹੀ ਉਹ ਹੋ ਜਾਣਾ, ਤੇ ਉਹਦੀ ਯੂਟਿਲਿਟੀ ਖਤਮ ਹੈ ਤਾਂ ਉਹ ਬੰਦਾ ਖਤਮ। ਉਹ ਫਿਰ ਉਹਨਾਂ ਨੂੰ, ਇਹ ਤਾਂ ਮੂਵੀਜ਼ ਦੇਖ ਲਓ, ਬਾਲੀਵੁੱਡ ਦੀਆਂ ਕਿੰਨੀਆਂ ਮੂਵੀਜ਼ ਬਣੀਆਂ ਹੋਈਆਂ ਨੇ ਜਿਹਦੇ ਜ਼ਿਕਰ ਕਰਨਾ ਸੀ ਯੂਜ਼ ਕੀਤਾ। ਵਾਸਤਵ ਦੀ ਆਪਾਂ ਗੱਲ ਕਰ ਲਈਏ ਜਾਂ ਗਾਣਿਆਂ ਦੀ ਵੀ ਗੱਲ ਕਰ ਲਈਏ, ਉਹ ਚੀਜ਼ਾਂ ਕਿੰਨੀਆਂ ਚੀਜ਼ਾਂ ਦਿਖਾ ਦਿੰਦਾ ਹੈ। ਔਰ ਸਰ ਜਿਵੇਂ ਆਪਾਂ ਉਹ ਪਹਿਲਾਂ ਕੁਝ ਨਾਮਾਂ ਦੀ ਚਰਚਾ ਕਰ ਰਹੇ ਸੀਗੇ, ਡਿੰਪੀ ਚੰਦਭਾਗ ਜਾਂ ਰੌਕੀ ਜਾਂ ਸ਼ੇਰਾ ਖੁੱਬਣ, ਕਿ ਉਹਨਾਂ ਦੇ ਸਮੇਂ ਵੀ ਸੀਗਾ ਇਹ ਸਭ ਕੁਝ ਨਸ਼ੇ ਦਾ, ਇਹ ਨੈਕਸਸ ਔਰ ਐਕਸਟੋਰਸ਼ਨਸ ਜਿਸ ਤਰੀਕੇ ਨਾਲ ਹੁਣ ਇਹ ਇੰਨੀ ਜ਼ਿਆਦਾ ਵੱਧ ਚੁੱਕੀਆਂ ਕਿ ਇਹਨਾਂ ਦੇ ਵੱਲੋਂ ਵੀ ਇਹੀ ਫੀਨੋਮੀਨਾ ਵਰਤਿਆ ਜਾਂਦਾ ਸੀ ਉਸ ਟਾਈਮ ਦੇ ਉੱਤੇ। ਜਿਹੜੇ ਪੰਜਾਬ ਦੇ ਵਿੱਚ ਜਿਹੜਾ ਇਹ ਫੀਨੋਮੀਨਾ ਆਇਆ, ਉਹ ਇਹਨਾਂ ਦੀ ਦੇਣ ਹੈ। ਸਰਬਜਿੰਦਰ, ਡਿੰਪੀ ਵਗੈਰਾ, ਇਹਨਾਂ ਦੀ ਜਿਹੜੇ ਉਸ ਟਾਈਮ ਦੇ ਜਿਹੜੇ ਗੈਂਗਸਟਰ, ਜਿਹੜੇ ਯੂਪੀ ਦੇ ਬਿਹਾਰ ਦੇ ਗੈਂਗਸਟਰਸ ਨਾਲ ਉਹਨਾਂ ਨੇ ਅਲਾਈਨਮੈਂਟ ਹੋਈ, ਇਹ ਚੀਜ਼ ਪੰਜਾਬ 'ਚ ਕਦੇ ਹੁੰਦੀ ਨਹੀਂ ਸੀ। ਤਾਂ ਇਹਨਾਂ ਦਾ ਜਿਹੜਾ ਐਕਸਪੋਜ਼ਰ ਉੱਥੇ ਹੋਇਆ ਕਿ ਇਹ ਬੰਦਾ ਚੁੱਕ ਲਓ ਤੇ ਫਰੌਤੀ ਲੈ ਲਓ ਤੇ ਹੋਰ ਲੈ ਲਓ, ਫਰੌਤੀਆਂ ਲੈਣ ਤੱਕ ਬਿਲਕੁਲ ਸੀ। ਫਿਰ ਜਿਹੜਾ ਹੈਗਾ ਇਲੀਗਲ ਵੈਪਨਸ ਦੀ, ਗ੍ਰੈਜੂਅਲੀ ਜਦੋਂ ਬੰਦਾ ਜੁਰਮ ਕਰਨ ਲੱਗਦਾ ਹੈ ਤਾਂ ਉਹ ਹੌਲੀ ਹੌਲੀ ਦਲਦਲ ਦੇ ਵਿੱਚ ਫਸਦਾ ਜਾਂਦਾ। ਪਹਿਲਾਂ ਪੈਸੇ ਨੂੰ ਜਾਂਦਾ, ਫਿਰ ਉਹ ਵੈਪਨਸ ਲੈਂਦਾ ਪੈਸੇ ਨੂੰ, ਉਹਨੂੰ ਆਪਣੀ ਸਟਰੈਂਥ ਨੂੰ ਵਧਾਉਣ ਵਾਸਤੇ। ਜਦੋਂ ਉਹਦੇ ਕੋਲੇ ਆ ਜਾਂਦਾ ਤਾਂ ਦੈਨ ਫਿਰ ਉਹ ਜਿਹੜਾ ਹੈਗਾ ਇਲੀਗਲ ਬਿਜ਼ਨੈਸਸ ਨੇ ਜਿਹੜੇ, ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ, ਜਿਹੜੇ ਕਿ ਜਿਵੇਂ ਫੋਰ ਐਗਜ਼ਾਮਪਲ ਲਿਕਰ ਟ੍ਰੇਡ ਹੋਵੇ, ਸੈਂਡ ਹੋਵੇ, ਤੇ ਜਾਂ ਜਿਹੜੇ ਵੀ ਕੰਟਰੈਕਟਸ ਨੇ, FCI ਦੇ ਟੈਂਡਰਸ ਨੇ, ਉਹ ਜਾਂ ਕੰਸਟਰਕਸ਼ਨ ਦੇ ਟੈਂਡਰਸ ਨੇ, ਉਹਨਾਂ ਦਾ ਮਕਸਦ ਇਹ ਹੁੰਦਾ ਕਿ ਵੀ ਜਿਹੜੇ ਕੋਈ ਉਹਨਾਂ ਦੇ ਰਾਈਵਲ ਨੇ ਉਹਨਾਂ ਨੂੰ ਉਹ ਆਊਟ ਕਰ ਦੇਣ ਬਾਈ ਫੋਰਸ, ਬਾਈ ਸ਼ੇਅਰ, ਵੀ ਅਸੀਂ ਫਲਾਣਾ ਬੰਦਾ ਆ ਗਿਆ, ਤੈਨੂੰ ਟੈਂਡਰ ਭਰਨ ਦੀ ਲੋੜ ਨਹੀਂ ਹੈ, ਜਾਂ ਆਪਣੇ ਬੰਦਿਆਂ ਨੂੰ ਕਰਾਉਣਾ। ਸੋ ਉਹਦੇ ਨਾਲ ਇਹਨਾਂ ਦੀ ਆਪਣੀ ਇਹ ਸਟਰੈਂਥ ਜਿਹੜੀ ਹੈਗੀ ਹੈ, ਉਹਦੇ ਨਾਲ ਅਲਟੀਮੇਟ ਏਮ ਇਜ਼ ਇਕਨੋਮਿਕ ਪਾਵਰ, ਪੈਸਾ ਇਕੱਠਾ ਕਰਨਾ ਤੇ ਆਪਣੇ ਆਪ ਨੂੰ ਫਲੈਂਬੋਇੰਟ ਲਾਈਫ ਸਟਾਈਲ ਲੀਡ ਕਰਨਾ। ਸਰ ਤੁਸੀਂ ਜਦੋਂ ਓਕੂ ਸੀਗੇ ਉਦੋਂ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ, ਬਹੁਤ
ਤੁਸੀਂ ਚੀਜ਼ਾਂ ਨੂੰ ਨਿਊਟਰਲਾਈਜ਼ ਵੀ ਕੀਤਾ। ਈਵਨ ਹੁਣ AGTF ਦੇ ਵਿੱਚ ਵੀ ਤੁਸੀਂ ਬਹੁਤ ਬਿਹਤਰ ਜਿਹੜਾ ਹੈ ਉਹ ਕੰਮ ਕਰ ਰਹੇ ਹੋ। ਜੋ ਤੁਹਾਡਾ ਪਰਸਨਲ ਇਹਨਾਂ ਦੇ ਨਾਲ ਵਾਹ ਪਿਆ, ਤਾਂ ਕੀ ਇਹਨਾਂ ਦੀ ਥਿੰਕਿੰਗ ਕੀ ਸੀਗੀ? ਕੀ ਕਨਫੈਸ ਕਰਦੇ ਸੀਗੇ? ਕਿਹੜੇ-ਕਿਹੜੇ, ਮੈਂ ਜੇ ਨਾਮਵਰ ਬੰਦਿਆਂ ਦੀ ਗੱਲ ਕਰਾਂ ਤਾਂ ਕਿਹਨਾਂ-ਕਿਹਨਾਂ ਨੂੰ ਤੁਸੀਂ ਆਪ ਇੰਟਰੋਗੇਟ ਕੀਤਾ? ਤਕਰੀਬਨ ਸਾਰੇ ਸਾਰੇ। ਜਿਹੜੇ ਅਸੀਂ ਤਕਰੀਬਨ ਮੇਰੇ ਪਹਿਲੇ ਗੈਂਗਸਟਰ ਜਿਹੜੇ ਅਸੀਂ ਅਰੈਸਟ ਕੀਤੇ, ਦਲਜੀਤ ਪਾਨਾ, ਉਹ ਤੇ ਬਾਕੀ ਉਹਦੇ ਵਾਲੇ ਛੋਟਾ ਇਹਦੇ ਨਾਲ ਸੀ। ਇਹਨਾਂ ਦਾ ਪ੍ਰੇਮੀ ਲਾਹੌਰੀਏ ਦਾ ਰਾਈਵਲ ਸੀਗਾ। ਇਹ ਜਲੰਧਰ ਤੋਂ ਬਸਤੀ ਬਾਬਾ ਖੇਲ, ਉੱਥੇ ਇਹਨਾਂ ਦਾ ਮਰਡਰ ਹੁੰਦੇ ਸੀਗੇ। ਤੇ ਇਹਨਾਂ ਦੇ ਉਹ ਜਿਹੜਾ ਸਪਿਲ ਓਵਰ ਮਤਲਬ ਉਹ ਗੈਂਗਸ ਦੇ ਵਿੱਚੋਂ ਆਪਸ 'ਚ ਹੋਇਆ। ਫਿਰ ਉਹ ਇੱਕ ਅਲਟੀਮੇਟਲੀ ਜੱਗੂ ਉੱਥੇ ਰੂਟੀਨ ਦੇ ਵਿੱਚ ਇੱਕ ਮਰਡਰ ਹੋਇਆ। ਅੱਛਾ ਜੀ। ਮਰਡਰ ਨੂੰ ਉੱਥੇ ਗਰੁੱਪ ਲੋਕਲ ਮਹੱਲਾ ਟਾਈਪ ਮਰਡਰ ਹੋਇਆ। ਮਹੱਲੇ ਦੇ ਵਿੱਚੋਂ ਫਿਰ ਬਦਮਾਸ਼ ਹੋ ਗਏ 2 ਗਰੁੱਪ। ਸੋ ਉਹਨਾਂ ਦੀ ਆਪਸ 'ਚ ਵੱਧਦੀ ਮਤਲਬ ਅਲਟੀਮੇਟ ਜਿਹੜੇ ਬਾਕੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਕੋਈ ਫਿਰੋਜ਼ਪੁਰ ਦਾ ਗੈਂਗਸਟਰ ਸੀ, ਕੋਈ ਮਾਝੇ ਦਾ ਸੀਗਾ, ਤਾਂ ਇੱਕ ਗਰੁੱਪ ਉਹਦੇ ਨਾਲ ਲਾਈਨ ਹੋ ਗਿਆ, ਇੱਕ ਉਹਦੇ ਨਾਲ ਆ ਗਿਆ। ਫਿਰ ਸਬ ਗਰੁੱਪਸ ਬਣ ਗਏ। ਸਬ ਗਰੁੱਪਸ ਦੇ ਵਿੱਚੋਂ ਵੀ ਅਲਟੀਮੇਟ ਇਹਨਾਂ ਦੀਆਂ ਐਫੀਲੀਏਸ਼ਨਸ ਕਿਤੇ ਨਾ ਕਿਤੇ ਇੱਕ ਦੂਜੇ ਗਰੁੱਪਸ ਨਾਲ, ਮੇਜਰ ਰਾਈਵਲ ਜਿਹੜੇ ਗਰੁੱਪ ਸੀ ਉਹਨਾਂ ਦੇ ਨਾਲ ਹੋਈ ਗਈਆਂ। ਤੋ ਜਦੋਂ ਇਹਨੂੰ ਅਸੀਂ ਉਦੋਂ ਮੈਂ ਪਹਿਲੀ ਵਾਰੀ ਸਮਝਣਾ ਸ਼ੁਰੂ ਕੀਤਾ ਵੀ ਕਿ ਇਹ ਹੈਗੇ ਆ। ਫਿਰ ਜਿਹੜੇ ਗੁਰਪ੍ਰੀਤ ਸੇਖੋਂ ਹੋਇਆ, ਹੋਰ ਹੋਇਆ, ਇਹ ਕਿਤੇ ਨਾ ਕਿਤੇ ਇਹਨਾਂ ਨੇ ਕ੍ਰਾਈਮਸ ਕੀਤੇ। ਜਿਵੇਂ ਵਿੱਕੀ ਗੌਂਡਰ ਨੇ ਕ੍ਰਾਈਮ ਜਿਹੜਾ ਹੈਗਾ, ਕਈ ਛੋਟੇ ਛੋਟੇ ਕ੍ਰਾਈਮ ਵੀ ਕੀਤੇ। ਇੱਥੇ ਕੋਈ ਮੈਡੀਕਲ ਭਰਤੀ ਸੀਗੀ ਅੰਮ੍ਰਿਤਸਰ ਦੇ ਵਿੱਚ, ਫੇਕ ਰਜਿਸਟ੍ਰੇਸ਼ਨ ਕਰਕੇ ਉੱਥੇ 70-80 ਲੱਖ ਜਿਹੜਾ ਹੈਗਾ ਬੱਚੇ ਜਿਹੜੇ ਡੋਨੇਸ਼ਨ ਲੈ ਕੇ ਆਏ ਵੀ ਐਡਮਿਸ਼ਨ ਕਰਾਉਣ ਵਾਸਤੇ, ਉਹ ਸਾਰਿਆਂ ਨੂੰ ਲੁੱਟ ਲਿਆ। ਅੱਛਾ। ਤੋ ਉਹ ਮਤਲਬ ਇਹ ਜਿਹੜੀਆਂ ਇਹ ਕ੍ਰਾਈਮ ਹਰ ਇਸ ਟਾਈਪ ਦਾ ਸ਼ੁਰੂ ਹੋਇਆ, ਮੁੜ ਕੇ ਭਗੌੜੇ ਹੋ ਗਏ। ਤੇ ਅਲਟੀਮੇਟਲੀ ਫਿਰ ਜਦੋਂ ਫੜੇ ਵੀ ਗਏ, ਫਿਰ ਜੇਲ੍ਹ ਚਲੇ ਗਏ। ਫਿਰ ਜੇਲ੍ਹ ਬ੍ਰੇਕ ਹੋ ਗਈ। ਜੇਲ੍ਹ ਬ੍ਰੇਕ ਤੋਂ ਬਾਅਦ ਇਹ ਸਾਰੇ ਫਿਰ ਤਕਰੀਬਨ ਸੋ ਆਈ ਬੀਨ ਐਸੋਸੀਏਟਡ ਤਕਰੀਬਨ 2000 ਸਮਝ ਲਓ ਵੀ 13-14 ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਨਾ ਇਹਨਾਂ ਦੇ ਪਿੱਛੇ। ਹਾਂਜੀ ਉਹਨੇ 10 ਸਾਲ ਦਾ ਪੀਰੀਅਡ ਜ਼ਿਆਦਾ ਅਪੀਵਲ ਵਾਲਾ ਰਿਹਾ। ਔਰ ਇਸ 10 ਸਾਲ ਦੇ ਫੇਜ਼ ਦੇ ਵਿੱਚ ਸਰ ਸਭ ਤੋਂ ਵੱਡਾ ਚੈਲੰਜ ਤੁਹਾਡੇ ਵਾਸਤੇ ਕਿਹੜਾ ਸੀਗਾ, ਜਾਂ ਕਿਹੜਾ ਉਹ ਅਜਿਹਾ ਕੇਸ ਸੀਗਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਉਹ ਲਾਈਫ ਚੇਂਜਿੰਗ ਸੀਗਾ? ਸਾਰੇ ਕੇਸ ਸਾਰੇ ਚੈਲੰਜਿੰਗ ਹੁੰਦੇ ਨੇ ਜੀ। ਕੋਈ ਵੀ ਕ੍ਰਿਮੀਨਲ ਜਿਹੜਾ ਹੈ ਫੜਿਆ ਜਾਂਦਾ ਤਾਂ ਬੜਾ ਲੱਗਦਾ ਕਿ ਜੀ ਬੜਾ ਆਸਾਨ ਫੜਿਆ ਗਿਆ। ਤੇ ਕ੍ਰਿਮੀਨਲ ਵੀ ਆਪਣਾ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਮੈਂ ਲਾਅ ਦੇ ਕਾਬੂ ਨਾ ਆਵਾਂ, ਤੇ ਜਿਹਦੇ ਕਰਕੇ ਉਹ ਆਪਣਾ ਹਰ ਹੱਥਕੰਡਾ ਅਪਣਾਉਂਦਾ ਹੈ। ਤੇ ਡਿਊਰਿੰਗ ਦਾ ਟਾਈਮ ਜਿੰਨੇ ਚਿਰ 'ਚੋਂ ਭੱਜਿਆ ਰਹਿੰਦਾ, ਉਹ ਆਪਣੇ ਆਪ ਨੂੰ ਇਹ ਸੋਚਦਾ ਹੈ ਕਿ ਵੀ ਮੈਂ ਜਿਹੜਾ ਹੈਗਾ ਮੈਂ ਹੁਣ ਲਾਅ ਤੋਂ ਉੱਪਰ ਹੋ ਗਿਆ। ਤੋ ਅਲਟੀਮੇਟਲੀ ਲਾਅ ਕਿਤੇ ਨਾ ਕਿਤੇ ਜਾ ਕੇ, ਕਾਨੂੰਨ ਆ ਜਿਹੜਾ, ਇਹਨੇ ਆਪਣਾ ਜਿਹੜਾ ਹੈਗਾ ਇਹਦਾ ਹੱਥ ਪਹੁੰਚ ਹੀ ਜਾਣਾ ਹੁੰਦਾ। ਸੋ ਇਹ ਕੋਈ ਇਹਨਾਂ ਸਾਰਿਆਂ ਵਾਸਤੇ, ਜਿਹੜੇ ਕੋਈ ਕ੍ਰਿਮੀਨਲ ਵਰਲਡ ਦੇ ਵਿੱਚ ਕੋਈ ਯੂਥ ਜਾਂ ਕੋਈ ਜਿਹੜਾ ਬੰਦਾ ਕੋਈ ਐਂਟਰ ਕਰਨਾ, ਉਹਨੂੰ ਇਸ ਗੱਲ ਦਾ ਪਹਿਲਾਂ ਸੋਚ ਕੇ ਚੱਲਣਾ ਚਾਹੀਦਾ ਵੀ ਕਿਸੇ ਨੇ ਇੱਕ ਦਿਨ ਉਹਦਾ ਜਿਹੜਾ ਹੈਗਾ ਹਿਸਾਬ ਕਿਤਾਬ ਉਹਨੂੰ ਦੇਣਾ ਹੀ ਪੈਣਾ। ਔਰ ਸਰ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਪੋਲੀਟੀਕਲ ਪੈਟਰਨੇਜ ਹੁੰਦੀ ਹੈ, ਕਹਿ ਲਓ ਹਾਲਾਤ ਕਈ ਵਾਰ ਇਹੋ ਜਿਹੇ ਬਣ ਜਾਂਦੇ ਆ। ਇੱਕ ਇਹ ਵੀ ਬਹੁਤ ਸਵਾਲ ਖੜਾ ਹੁੰਦਾ ਹੈ ਕਿ ਕਈ ਤਾਂ ਕਹਿੰਦੇ ਅੰਦਰ ਡਿਪਾਰਟਮੈਂਟ ਦੇ ਹੀ ਬੰਦੇ ਹੁੰਦੇ ਨੇ, ਉਹਨਾਂ ਨੇ ਹੀ ਪਾਲੇ ਹੁੰਦੇ ਨੇ, ਔਰ ਜਦੋਂ ਉਹ ਕੰਮ ਕੰਪਲੀਟ ਹੋ ਜੇ ਤਾਂ ਫਿਰ ਉਹ ਹੀ ਐਲੀਮੀਨੇਟ ਕਰਵਾ ਦਿੰਦੇ ਨੇ। ਸਿੱਧਾ ਕਹਿੰਦੇ ਪੁਲਿਸ ਦੇ ਹੀ ਉਹ ਬੰਦੇ ਹੁੰਦੇ ਨੇ, ਟੌਟ ਹੁੰਦੇ ਨੇ। ਵੈਲ, ਜਿਹੜੀ ਗੈਂਗਸਟਰਿਜ਼ਮ ਵਾਲੇ ਦੇ ਵਿੱਚ ਕੋਈ ਵੀ ਹਲੇ ਤੱਕ ਇਸ ਤਰ੍ਹਾਂ ਦਾ ਕੋਈ ਨਹੀਂ ਆਇਆ ਕਿ ਜੀ ਪੁਲਿਸ ਨੇ ਕਿਸੇ ਨੂੰ ਗੈਂਗਸਟਰ ਨੂੰ ਪੈਟਰਨੇਜ ਦਿੱਤੀ ਹੋਵੇ। ਐਟਲੀਸਟ ਨਾਟ ਇਨ ਮਾਈ ਨੌਲੇਜ ਵੀ ਕਿਸੇ ਗੈਂਗਸਟਰ ਨੂੰ ਪੁਲਿਸ ਪੈਟਰਨੇਜ ਦਿੱਤੀ ਹੋਵੇ। ਉਹਨੂੰ ਕਿਸੇ ਨਾ ਕਿਸੇ ਲੈਵਲ ਤੇ, ਕਿਸੇ ਟਾਈਮ ਦੇ ਉੱਤੇ ਕੋਈ ਬੈਨੀਫਿਟ ਦਿੱਤਾ ਗਿਆ ਕਿ 307 ਹੈ ਜੀ, ਉਹ ਹੈ ਜੀ, ਉਹ ਅਰੈਸਟ ਨਹੀਂ ਹੋਇਆ ਜੀ, ਹੋ ਰਿਹਾ, ਇਹ ਵੀ ਹੋ ਸਕਦਾ। ਬਟ ਇਹ ਜਾਂ ਕੋਈ ਨਹੀਂ ਡੀਪ ਲੈਵਲ ਤੱਕ ਕਿਤੇ ਰਿਹਾ ਹੋਵੇ ਕਿ ਵੀ ਉਹਨੂੰ ਇਹ ਕਿਹਾ ਹੋਵੇ ਕਿ ਤੂੰ ਹੁਣ ਕ੍ਰਾਈਮ ਕਰੀ ਚੱਲ ਜੀ, ਇਹੋ ਜਿਹਾ ਕੁਛ ਨਹੀਂ। ਜਿਹੜੀ ਸਾਡੇ ਕੋਈ ਵੀ ਇਹੋ ਜਿਹਾ ਗੈਂਗਸਟਰ ਮੇਰੇ ਯਾਦ ਨੌਲੇਜ ਨਹੀਂ ਹੈਗਾ। ਔਰ ਸਰ ਬਾਰਡਰ ਰੇਂਜ ਦੇ ਵਿੱਚ ਹੁਣ ਇਹ ਜ਼ਿੰਮੇਵਾਰੀ ਜਿਹੜੀ ਤੁਹਾਨੂੰ ਮਿਲੀ ਹੈ, ਵੱਡੀ ਜ਼ਿੰਮੇਵਾਰੀ ਹੈ, ਇੱਥੇ ਐਕਸਪੀਰੀਅੰਸ ਕਿਹੋ ਜਿਹਾ ਚੱਲ ਰਿਹਾ ਔਰ ਕੀ ਚੀਜ਼ਾਂ ਤੁਹਾਡੇ ਵੱਲੋਂ ਹੁਣ ਇੱਥੇ ਮੋਨੀਟਰ ਕੀਤੀਆਂ ਜਾ ਰਹੀਆਂ? ਕਿਉਂਕਿ ਜਦੋਂ ਗਰਾਊਂਡ ਤੇ ਜ਼ੀਰੋ ਦੇ ਉੱਤੇ ਹੁੰਦਾ ਹੈ ਬੰਦਾ, ਤਾਂ ਉਹ ਚੀਜ਼ਾਂ ਕੁਛ ਫਿਰ ਵੱਖਰੀਆਂ ਪਤਾ ਚੱਲਦੀਆਂ। ਔਰ ਥੋੜ੍ਹੇ ਦਿਨ ਪਹਿਲਾਂ ਹੀ ਤੁਸੀਂ 2 ਡਰੱਗ ਪੈਡਲਰਸ ਵੀ ਜਿਹੜੇ ਨੇ ਉਹ ਫੜੇ ਨੇ, ਇੱਕ ਐਨਕਾਊਂਟਰ ਦੇ ਵਿੱਚ ਉਹਦਾ ਲੱਤ ਤੇ ਵੀ ਗੋਲੀ ਵੱਜੀ ਹੈ। ਜਿਹੜਾ ਇਹ ਬਾਰਡਰ ਏਰੀਆ ਦਾ ਪੁਲਿਸਿੰਗ ਹੈ ਜੀ, ਇਹ ਨਾਰਮਲ ਪੰਜਾਬ ਦੀ ਪੁਲਿਸਿੰਗ ਨਾਲੋਂ ਥੋੜ੍ਹੀ ਜਿਹੀ ਡਿਫਰੈਂਟ ਹੈ। ਡਿਫਰੈਂਟ ਇਨ ਦਾ ਸੈਂਸ ਇੱਥੇ ਬਿਕੋਜ਼ ਆਫ ਦੀ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ, ਬਾਕੀ ਇਹਦੇ ਪ੍ਰੀਵੀਅਸ ਹਿਸਟਰੀ ਹੈ ਜਿਹੜੀ, ਉਹਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਕਾਫੀ ਚੈਲੰਜਿੰਗ ਹੈ, ਸੈਂਸਿਟਿਵ ਵੀ ਹੈ। ਤੇ ਇੱਥੇ ਕ੍ਰਾਈਮ ਦਾ ਟੈਂਡੈਂਸੀ ਜਿਹੜੀ ਹੈਗੀ ਆ, ਓਵਰਆਲ ਰੇਟ ਆਫ ਕ੍ਰਾਈਮ ਇਜ਼ ਮਚ ਹਾਇਰ ਦੈਨ ਦੀ ਜਿਹੜਾ ਬਾਕੀ ਡਿਸਟ੍ਰਿਕਟਸ ਨਾਲੋਂ, ਖਾਸ ਕਰਕੇ
ਦੇ ਜ਼ਿਆਦਾ ਰੂਰਲ ਏਰੀਆ ਦੇ ਵਿੱਚ ਹੈਗਾ। ਸੋ ਇੱਕ ਤਾਂ ਇਹ ਚੈਲੰਜ ਹੈਗਾ। ਦੂਸਰਾ ਹੈਗਾ ਕਿ ਇਹਦੀ ਜਿਹੜੀ ਬਾਰਡਰ ਦੇ ਨਾਲ ਪ੍ਰੋਕਸੀਮਿਟੀ ਹੋਣ ਕਰਕੇ ਡਰੱਗਸ ਦੀ ਬਹੁਤ ਵੱਡੀ ਚੈਲੰਜ ਆ, ਜਿਹੜੀ ਸਪਲਾਈ ਆਫ ਡਰੱਗਸ ਤੇ ਨਾਲ ਉਹਦੇ ਨਾਲ ਜਿਹੜੀ ਹੈਗੀ ਸਪਲਾਈ ਆਫ ਇਲੀਗਲ ਵੈਪਨਸ। ਸੋ ਉਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਇੱਥੇ ਬਹੁਤ ਜ਼ਿਆਦਾ ਚੈਲੰਜ ਰਿਹਾ ਹੈ। ਤੇ ਥਰਡ ਮੈਂ ਇਹ ਕਹੂੰਗਾ ਕਿ ਜਿਹੜੇ ਸੋਸ਼ੀਓ ਇਕਨੋਮਿਕ ਪੈਰਾਮੀਟਰਸ ਨੇ ਬਾਕੀ ਸਟੇਟ ਦੇ, ਉਹਨਾਂ ਦੇ ਵਿੱਚ ਬਾਰਡਰ ਏਰੀਆਜ਼ ਦੇ ਸੋਸ਼ੀਓ ਇਕਨੋਮਿਕ ਪੈਰਾਮੀਟਰਸ ਬਹੁਤ ਡਾਊਨ ਨੇ। ਜਿਵੇਂ ਐਜੂਕੇਸ਼ਨ ਹੈ, ਸਪੋਰਟਸ ਫੈਸਿਲਿਟੀਜ਼ ਹੈ, ਜੌਬਸ ਨੇ, ਇੰਡਸਟਰੀ ਹੈ। ਸੋ ਇਹਨੂੰ ਦੇਖ ਕੇ ਇੱਥੇ ਇਹ ਬਹੁਤ ਘੱਟ ਹੈ। ਸੋ ਉਹ ਇਹਦਾ ਹੀ ਫਾਇਦਾ ਜਿਹੜਾ ਹੈ ਉਹ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਵਿੱਚ ਇੱਕ এনवायरमेंट ਹੈ, ਰਾਈਪ এনवायरमेंट ਹੈ, ਜਿਹਦੇ 'ਚ ਤੁਹਾਨੂੰ ਜਿਹੜੇ ਨਰਸਰੀ ਹੈ ਕਿ ਇਹਦੇ ਤੁਹਾਨੂੰ ਕ੍ਰਿਮੀਨਲਸ ਮਿਲ ਸਕਦੇ ਆ, ਕਿ ਜਿਹਨੂੰ ਤੁਸੀਂ ਕੰਮ ਕਰਾਉਣਾ ਹੈ, ਕੋਈ ਕ੍ਰਾਈਮ ਕਰਾਉਣਾ ਹੈ, ਤਾਂ ਉਹ ਤੁਹਾਨੂੰ ਈਜ਼ੀਲੀ ਅਵੇਲੇਬਲ ਹੈ। ਹਾਂ, ਪਰ ਕੀ ਅਜਿਹੀ ਹੈ ਕੀ ਚੀਜ਼ ਕੀ ਤੁਹਾਨੂੰ ਫੈਕਟਰ ਲੱਗਿਆ ਕਿ ਇੱਥੇ ਬੂਟਾ ਉਹ ਜਿਹੜਾ ਇੰਨੀ ਆਸਾਨੀ ਦੇ ਨਾਲ ਕ੍ਰਾਈਮ ਦਾ ਲੱਗ ਜਾਂਦਾ ਹੈ? ਕੀ ਅਵੇਅਰਨੈਸ ਨਹੀਂ ਹੈ ਜਾਂ ਫਿਰ ਲੈਕ ਆਫ ਐਜੂਕੇਸ਼ਨ ਹੈ ਜੀ? ਲੈਕ ਆਫ ਐਜੂਕੇਸ਼ਨ ਹੈ ਇੱਕ, ਆਪਣੇ ਆਪ ਜਿਹੜਾ ਕੋਈ ਰਿਜ਼ੈਂਟਮੈਂਟ ਵੀ ਹੈ, ਕੁਝ ਅੰਦਰ ਸਪਰੈਸ਼ਨ ਹੈ, ਕੁਝ ਨਹੀਂ। ਲੈਕ ਆਫ ਐਜੂਕੇਸ਼ਨ, ਲੈਕ ਆਫ ਅਵੇਅਰਨੈਸ ਤੇ ਇੱਕ ਜਿਹੜਾ ਇੱਕ ਫਲੈਮਬੋਇੰਟ ਐਟੀਟਿਊਡ ਹੈ ਜਿਹੜਾ ਇੱਥੇ ਮਾਝੇ ਦਾ ਖਾਸ ਕਰਕੇ, ਕਿ ਇੱਕ ਗੱਲ ਜੇ ਕਿਸੇ ਨੇ ਮਤਲਬ ਉਹ ਫਕਰ ਮਹਿਸੂਸ ਕਰਦੇ ਆ ਕਿ ਮੈਂ ਗੋਲੀ ਮਾਰੀ ਹੈ ਯਾਰ, ਮੈਂ 307 ਚ ਅੰਦਰ ਗਿਆ, 302 ਚ ਅੰਦਰ ਗਿਆ, ਤਾਂ ਆਪਣੇ ਆਪ ਨੂੰ ਉਹ ਮਤਲਬ ਇੱਥੋਂ ਤੱਕ ਕਿ ਕਈ ਆਪਣੇ ਬਾਹਾਂ ਦੇ ਟੈਟੂ ਲਾਏ ਹੋਏ ਨੇ ਵੀ 307 ਤੇ 302 ਦੇ ਵਿੱਚ ਮੈਂ ਮਤਲਬ 302 ਵਾਲਾ ਹੈ। ਅੱਛਾ, ਵੀ ਛੋਟਾ ਨਹੀਂ ਹੈ ਮੈਂ, ਵੀ ਮੈਂ ਚੋਰ ਚੱਕਾ ਨਹੀਂ ਹੈ ਕੋਈ, ਵੀ ਕਿਸੇ ਨੇ ਕਿਸੇ ਤੋਂ ਚੇਨੀ ਖੋਲੀ ਜਾਂ ATM ਤੋੜ ਲਿਆ ਜਾਂ ਕਿਸੇ ਤੋਂ ਪੈਸੇ ਖੋਲੇ, ਤਾਂ ਆਪਣੇ ਆਪ ਨੂੰ ਡਿਸਟਿੰਗੁਇਸ਼ ਕਰਦੇ ਆ ਕਿ ਮੇਰੀ ਅਚੀਵਮੈਂਟ ਸਮਝਦੇ ਆ ਕਿ ਮੈਂ ਇੱਕ 300 ਅਟੈਂਪਟ ਟੂ ਮਰਡਰ ਵਿੱਚ ਆਇਆ ਹੋਇਆ ਜਾਂ ਮੈਂ ਮਰਡਰ 'ਚ ਆਇਆ ਹੋਇਆ। ਸੋ ਇਹ ਦਿਸ ਇਜ਼ ਵੈਰੀ ਰੋਂਗ। ਇਹ ਇੱਕ ਐਟੀਟਿਊਡ ਹੈ। ਇਹਨਾਂ ਦੀ ਕਾਉਂਸਲਿੰਗ ਨਹੀਂ ਹੋ ਪਾਉਂਦੀ, ਕੀ ਸਮਝਾਇਆ ਨਹੀਂ ਜਾਂਦਾ? ਇਹ ਦੇਖੋ ਜੀ, ਉਹਦੇ 'ਚ ਵੀ ਜਿਵੇਂ ਤੁਹਾਨੂੰ ਦੱਸਿਆ ਸਾਰਾ ਓਵਰਆਲ এনवायरमेंट ਆ, ਉਹਦੇ 'ਚ ਸਭ ਤੋਂ ਹਮੇਸ਼ਾ ਮੈਂ ਜਿੰਨੀ ਵਾਰੀ ਵੀ ਕੋਈ ਗੱਲ ਕੀਤੀ ਹੈ, ਮੈਂ ਇਹ ਕਹਿਣਾ ਹੁੰਦਾ ਕਿ ਪੇਰੈਂਟਸ ਦਾ, ਆਪਣੀ ਫੈਮਿਲੀ ਦਾ ਉਹ ਜਿਹੜਾ ਸਰਕਲ ਹੈ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਅਸੀਂ ਉਹਨੂੰ ਨਿਗਲੈਕਟ ਕਰ ਦਿੰਦੇ ਹਾਂ। ਛੋਟੇ ਬੱਚੇ ਜਿਹੜੇ ਨੇ, ਉਹ ਬੱਚਿਆਂ ਨੂੰ ਹੁੰਦੇ ਹੋਏ ਵੀ ਮਾਂ-ਬਾਪ ਉਹਨਾਂ ਨੂੰ ਐਨਕਰੇਜ ਕਰਦੇ ਆ ਕਿ ਤੁਸੀਂ ਜੀ 7 ਸਾਲ ਦਾ 8 ਸਾਲ ਦਾ ਹੁੰਦਾ ਉਹਨੂੰ ਬਾਈਕ ਚਲਾਉਣ ਲਾ ਦਿੰਦੇ ਨੇ ਉਹਨੂੰ, ਕਿਉਂਕਿ ਉਹ ਜਿੱਦ ਕਰਦਾ ਜੀ। ਫਿਰ ਉਹ ਕਹਿੰਦਾ ਜੀ ਮੈਂ ਤਾਂ ਉਹ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਆਪਣੀ ਉਮਰ ਤੋਂ ਵੱਡਾ ਸਮਝਦਾ ਜੀ, ਤੇ ਮਾਂ-ਬਾਪ ਉਹਨੂੰ ਐਨਕਰੇਜ ਕਰਦੇ। ਇਵਨ ਮੈਂ ਗਾਣਿਆਂ ਦੀ ਵੀ ਜੇਕਰ ਆਪਾਂ ਗੱਲ ਕਰੀਏ, ਗਾਣੇ ਵੀ ਇੱਥੇ ਮਾਝੇ ਵੱਲ ਦੇ ਜਿਹੜੇ ਗਾਣੇ ਨੇ ਜੀ, ਉਹ ਥੋੜਾ ਮੁੰਡੇ ਮਾਝੇ ਵਾਲੇ ਬਲੈਕ ਕਰਦੇ ਜੇ ਕੁਝ ਕਿੰਨੇ ਗਾਣੇ ਨੇ ਇਹੋ ਜਿਹੇ। ਬਿਲਕੁਲ ਇਹ ਜੇ ਆਮ ਗੱਡੀਆਂ ਦੇ ਸਲੋਗਨ ਲਿਖੇ ਹੋਏ ਆ ਜੀ। ਅੱਛਾ, ਪਿੰਡ ਵਾਲੇ ਪਤਾ ਨਹੀਂ ਸ਼ੱਕ ਕਰਦੇ ਕਿ ਬਲੈਕ ਕਰਦਾ, ਕੁਛ ਇਸ ਟਾਈਪ ਦੀਆਂ ਗੱਡੀਆਂ ਦੇ ਉੱਪਰ ਲਿਖੇ ਹੋਏ ਨੇ ਉਹ ਗਾਣਾ ਵੀ ਹੈ। ਤੇ ਪਲੱਸ ਉਹਦੀਆਂ ਇਹੋ ਜਿਹੀਆਂ ਟੈਗ ਲਾਈਨਸ ਨੂੰ ਬਣਾ ਕੇ ਆਪਣੇ ਆਪ ਨੂੰ ਇਹ ਫਖਰ ਮਹਿਸੂਸ ਕਰਦੇ। ਸੋ ਇਹ ਜਿਹੜਾ ਕਿ ਸਾਡੀ ਸੱਭਿਅਤਾ 'ਚ ਨਹੀਂ ਹੈ, ਨਿਮਰਤਾ, ਹਲੀਮੀ ਜਿਹੜੀ ਪੰਜਾਬ ਦੀ, ਤੇ ਮਿਹਨਤ ਕਰਨਾ, ਕਿਰਤ ਕਰਨੀ, ਇੱਕ ਦੂਜੇ ਨੂੰ ਬੜੀ ਤਹਿਜ਼ੀਬ ਨਾਲ ਗੱਲ ਕਰਨੀ, ਹੋਰ ਕਰਨਾ, ਉਹ ਜਿਹੜੀ ਉਹ ਤਾਂ ਅਸੀਂ ਗਵਾਤੀ ਹੈ। ਜੀ। ਔਰ ਸਰ, ਨਸ਼ਾ ਖਤਮ ਹੋ ਸਕਦਾ ਤੁਹਾਨੂੰ ਲੱਗਦਾ ਹੈ? ਨਹੀਂ, ਨਸ਼ਾ ਖਤਮ ਹੋ ਸਕਦਾ ਜੀ। ਇਹ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਇੰਪੋਸੀਬਲ ਹੈ। ਮਤਲਬ ਠੀਕ ਹੈ ਜੀ, 100% ਨਹੀਂ ਤਾਂ ਮਤਲਬ ਵੀ ਕੈਨ ਬ੍ਰਿੰਗ ਇਟ ਡਾਊਨ ਟੂ ਅ ਮੇਜਰ ਲਾਰਜ। ਮਾਝੇ ਦੀ ਜੇਕਰ ਮੈਂ ਗੱਲ ਕਰਾਂ ਤਾਂ ਮਾਝੇ ਬਹੁਤ ਮਾੜਾ ਹਾਲ ਹੋਇਆ ਪਿਆ ਹੈ। ਤਸਵੀਰਾਂ ਵੀ ਜੋ ਆਉਂਦੀਆਂ ਨੇ, ਅੰਮ੍ਰਿਤਸਰ ਦੀ ਗੱਲ ਕਰ ਲਈਏ ਜਾਂ ਗੁਰਦਾਸਪੁਰ, ਤਰਨਤਾਰਨ। ਡਰੱਗਸ ਜੇ ਦੇਖੋ ਜੀ, ਡਰੱਗਸ ਵਰਲਡ ਓਵਰ ਇੱਕ ਫਿਨੋਮੀਨਾ ਹੈ। ਇਟ ਇਜ਼ ਐਵੇਂ ਆਈਸੋਲੇਟ ਕਰਨਾ ਇਕੱਲੇ ਪੰਜਾਬ ਨੂੰ, ਇਹ ਕਰਨਾ ਕਿ ਜੀ ਬਹੁਤ 100% ਸਾਰਾ ਪੰਜਾਬ ਜਾਂ ਕੋਈ ਪਰਟੀਕੁਲਰ ਪਰਸੈਂਟੇਜ ਦੇ ਦਿਓ ਕਿ ਇੰਨੀ ਪਰਸੈਂਟੇਜ ਦਾ ਲੋਕ ਜਿਹੜੇ ਯੂਥ ਹੈ ਉਹ ਡਰੱਗ ਐਡਿਕਟ ਹੈ। ਇਹੋ ਜਿਹੀ ਗੱਲ ਨਹੀਂ ਹੈ। ਜੇ ਤੁਸੀਂ ਪਿੰਡਾਂ ਜਾਓਗੇ ਤੁਹਾਨੂੰ ਪਤਾ ਲੱਗੂਗਾ, ਇਕੱਲੇ ਪਿੰਡ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਸਾਰਾ ਪਿੰਡ ਥੋੜੀ ਇਸ ਕਬਜ਼ੇ 'ਚ ਹੈ। ਜੇ ਪਿੰਡ ਦੇ ਵਿੱਚ 1000 ਦੀ ਆਬਾਦੀ ਹੈ ਤਾਂ ਉਹਦੇ ਵਿੱਚੋਂ 50% ਤਾਂ ਵਿਮਨ ਹੈ, ਐਟਲੀਸਟ 49-48% ਤਾਂ ਵਿਮਨ ਪੋਪੂਲੇਸ਼ਨ ਹੈ। ਸੋ ਉਹਨੂੰ ਤਾਂ ਤੁਸੀਂ ਇਮੀਡੀਏਟਲੀ ਕੱਢ ਦਿਓ। ਫਿਰ ਬਾਕੀ ਜਿਹੜੇ ਹੈਗੇ ਨੇ ਉਹਨਾਂ 'ਚੋਂ ਤੁਸੀਂ ਕੁਝ ਏਜਡ ਨੇ, ਕੁਝ ਬੱਚੇ ਨੇ। ਸੋ ਯੂਥ ਦੇ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਯੂਥ ਦੇ ਵਿੱਚ ਕੋਈ ਪਰਸੈਂਟੇਜ ਦਾ ਕੁਝ ਨੰਬਰ ਜ਼ਿਆਦਾ ਹੋ ਸਕਦਾ, ਬਟ ਇਹ ਨਹੀਂ ਹੈ ਕਿ ਵੀ ਜੀ ਸਾਰਾ ਪਿੰਡ ਹੀ ਨਸ਼ੇ ਕਰਦਾ। ਹਾਂ, ਮੀਡੀਆ ਨਾਲ, ਹੋਰ ਨਾਲ, ਅਵੇਅਰਨੈਸ ਨਾਲ ਇਹ ਜ਼ਰੂਰ ਲੱਗ ਰਿਹਾ ਹੈ ਇੱਕ ਇਸ ਤਰ੍ਹਾਂ ਦਾ, ਬਟ ਇਹੋ ਜਿਹੀ ਗੱਲ ਨਹੀਂ ਹੈਗੀ ਕਿ 100% ਜਾਂ ਇੱਥੇ ਇਫੈਕਟ ਜਿਹੜਾ ਹੈਗਾ। ਬਹੁਤ ਚੰਗੇ ਲੋਕ, ਚੰਗੇ ਤੇ ਇਸ ਤੋਂ ਪਾਸੇ ਬੈਠੇ ਵੀ ਬੱਚੇ ਹੈਗੇ ਨੇ। ਔਰ ਸਰ, ਜਿਹੜਾ ਤੁਸੀਂ ਹੁਣੇ ਆਪਰੇਸ਼ਨ ਕੀਤਾ ਤਾਂ ਇਹਨਾਂ ਦਾ ਕੋਈ ਕਿੰਗਪਿਨ ਸੀ ਅੱਗੇ? ਇਹਨਾਂ ਦੇ ਤਾਰਾਂ ਜੁੜ ਰਹੀਆਂ ਨੇ? ਆਇਡੈਂਟੀਫਾਈ ਹੋਇਆ ਜੀ, ਗੈਂਗਸਟਰ ਹੋਇਆ, ਜਿਹੜਾ ਸਮਗਲਰ ਆਇਡੈਂਟੀਫਾਈ ਹੋਇਆ। ਪਹਿਲਾਂ ਉਹ ਲੜਾਈਆਂ ਝਗੜਿਆਂ 'ਚ ਵੀ ਰਹੇ ਆ, ਹੋਰ ਹੈ।
ਅੱਛਾ ਉਹਦੀ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਅਸੀਂ ਡਿਵੈਲਪ ਕਰ ਰਹੇ ਹਾਂ ਤੇ ਵੀ ਵਿਲ ਟਰਾਈ ਟੂ ਰੀਚ ਹਿਮ। ਇੱਥੇ ਹੁਣ ਜਿਹੜੇ ਇਸ ਏਰੀਆ ਦੇ ਵਿੱਚ ਖਾਸ ਕਰਕੇ ਤਰਨਤਾਰਨ ਤੇ ਇਹਨਾਂ ਦੇ ਹੁਣ ਜਿਹੜਾ ਨਵਾਂ ਟ੍ਰੈਂਡ ਇਹ ਹੈ ਕਿ ਜਿਹੜੇ ਮੇਨ ਸਮਗਲਰ ਹੈ ਜਾਂ ਹੋਰ ਹੈ ਉਹ ਇੱਥੇ ਨਹੀਂ ਬੈਠੇ, ਉਹ ਬਾਹਰੋਂ ਆਪਰੇਟ ਕਰ ਰਹੇ ਆ। ਬਾਹਰੋਂ ਆਪਰੇਟ ਇਨ ਦਾ ਸੈਂਸ ਜਾਂ ਤਾਂ ਉਹ ਫੋਰਨ ਕੰਟਰੀ 'ਚ ਬੈਠੇ ਆ ਜਾਂ ਉਹ ਵੱਡੀਆਂ ਸਿਟੀਜ਼ 'ਚ ਬੈਠੇ ਨੇ, ਕੋਈ ਫਲੈਟ ਲੈ ਕੇ ਬੈਠਾ, ਕੋਈ ਅਪਾਰਟਮੈਂਟ, ਕੋਈ ਜਿੱਥੇ ਵੀ ਬੈਠਾ। ਤੇ ਜਿਹੜੇ ਕਰਿੰਦੇ ਨੇ ਉਹਨਾਂ ਤੋਂ ਇਹ ਕੰਮ ਕਰਾਉਂਦੇ ਨੇ। ਜਿੰਨੇ ਬੰਦੇ ਅਸੀਂ ਤਕਰੀਬਨ ਫੜੇ ਜਾ ਰਹੇ ਨੇ, ਜਿਵੇਂ ਹੁਣ ਇਹ ਪਰਟੀਕੂਲਰ ਕੇਸ ਦੇ ਵਿੱਚ ਤਾਂ ਚਲੋ ਇੱਕ ਬੰਦਾ ਜਿਹੜਾ ਮਰ ਗਿਆ ਉਹ ਵੀ ਕਨਵਿਕਟਡ ਸੀਗਾ ਤੇ ਜਿਹੜਾ ਨਾਲ ਫੜਿਆ ਗਿਆ ਉਹ ਵੀ 10 ਸਾਲ ਦੀ ਸਜ਼ਾ ਕੱਟ ਰਿਹਾ ਡਰੱਗਸ ਦੇ ਕੇਸ ਦੇ ਵਿੱਚ ਵੀ, ਤੇ ਉੱਪਰ ਬੇਲ ਤੇ ਆਇਆ ਹੋਇਆ। ਸੋ ਉਹ ਜਿਹੜੇ ਮਤਲਬ ਇਸ ਟਾਈਪ ਦੇ ਹੈਗੇ ਨੇ ਕ੍ਰਿਮੀਨਲ, ਮੇਜਰ ਵੱਡੇ ਵਾਲੇ ਲੈਵਲ ਵਾਲੇ ਉਹ ਬਾਹਰ ਨੇ। ਉਹਨਾਂ ਦੇ ਗਾਂ ਕਰਿੰਦੇ ਜਿਹੜੇ ਨਵੇਂ ਤੋਂ ਨਵੇਂ ਬੰਦਿਆਂ ਨੂੰ ਉਹ ਯੂਜ਼ ਕਰਦੇ ਨੇ। ਔਰ ਬਾਹਰੋਂ ਇਹ ਪਾਕਿਸਤਾਨ ਤੋਂ ਫਿਰ ਕੰਸਾਈਨਮੈਂਟ ਇੱਧਰ ਕਾਫੀ ਪਾਕਿਸਤਾਨ ਤੋਂ ਆ ਰਹੀ ਹੈ ਜੀ, ਪਾਕਿਸਤਾਨ ਤੋਂ ਅਕ੍ਰੋਸ ਦੀ ਬਾਰਡਰਸ ਡਾਇਰੈਕਟਲੀ ਵੀ ਆ ਰਹੀ ਹੈ, ਕੁਝ ਡਾਊਨ ਇੱਥੋਂ ਪੰਜਾਬ ਤੋਂ ਬਾਹਰ ਦੇ ਬਾਰਡਰਾਂ ਤੋਂ ਵੀ ਆ ਰਹੀ ਹੈ। ਔਰ ਉੱਥੋਂ ਦੀ ਬੈਠ ਕੇ ਬਾਹਰੋਂ ਬੈਠ ਕੇ ਕੋਆਰਡੀਨੇਟ ਚਲਾਉਂਦੇ। ਹਾਂਜੀ ਹਾਂਜੀ। ਔਰ ਸਰ ਜਿਵੇਂ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਗੈਂਗਸਟਰ ਔਰ ਡਰੱਗਸ ਦੇ ਨੈਕਸਸ ਦੀ, ਤਾਂ ਕੀ ਇਹਨਾਂ ਦੇ ਟਾਈਮ ਦੇ ਉੱਤੇ ਵੀ ਸੀ ਜਾਂ ਉਦੋਂ ਇਹ ਗੈਂਗਸਟਰਾਂ ਦੇ ਵਿੱਚ ਡਰੱਗਸ ਦੀ ਚੀਜ਼ ਨਹੀਂ ਸੀ? ਨਹੀਂ, ਜਿਸ ਟਾਈਮ ਦੇ ਉੱਤੇ ਸ਼ੁਰੂ ਹੋਇਆ ਸੀਗਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਡਿੰਪੀ ਹੋਰਾਂ ਦੇ, ਉਹਨਾਂ ਕਈ ਬੰਦੇ ਤਾਂ ਮੈਨੂੰ ਪਤਾ ਹੈ ਵੀ ਕੀ ਉਹ ਕਦੇ ਸ਼ਰਾਬ ਵੀ ਨਹੀਂ ਪੀਂਦੇ ਸੀ। ਪ੍ਰਭਜਿੰਦਰ ਡਿੰਪੀ ਕਦੇ ਡਰਿੰਕ ਨਹੀਂ ਕਰਦਾ ਸੀ, ਰੌਕੀ ਕਦੇ ਨਹੀਂ ਕਰਦਾ ਸੀ, ਜਿਹੜਾ ਆਪਣਾ ਕੀ ਕਹਿੰਦਾ ਜੈਪਾਲ ਡਰਿੰਕ ਨਹੀਂ ਕਰਦਾ ਸੀ। ਸੋ ਕਈ ਇਹੋ ਜਿਹੇ ਸੀਗੇ ਡਰਿੰਕ ਇਨ ਦਾ ਸੈਂਸ ਵੀ ਨਸ਼ਾ ਨਹੀਂ ਕਰਦਾ ਸੀਗਾ, ਡਰਿੰਕ ਵੀ ਨਹੀਂ ਕਰਦੇ ਸੀ, ਨਸ਼ਾ ਵੀ ਨਹੀਂ ਕਰਦੇ ਸੀ। ਸੋ ਇਹ ਜਿਹੇ ਬਹੁਤ ਸੀਗੇ ਜਿਹੜੇ ਇਹਨਾਂ ਦੇ ਕੀ ਕਹਿੰਦੇ ਹੁੰਦੇ ਨੇ ਕਿ ਜਿਹੜੇ ਗੈਂਗਸਟਰ ਆਪਣੇ ਆਪ ਨੂੰ ਸੋ ਕਾਲਡ ਇਲੀਟ ਵਾਲੇ ਨੰਬਰ 1 ਟਾਈਪ ਉੱਪਰ ਵਾਲੇ ਕਹਿੰਦੇ ਨੇ, ਉਹ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਪਰੇ ਰੱਖਦੇ ਸੀ ਪਰ ਦੂਜਿਆਂ ਨੂੰ ਇੰਡਲਜ ਕਰਦੇ ਸੀ। ਅੱਛਾ, ਇਹ ਤਿੰਨੋਂ ਇੰਡਲਜ ਵੀ ਕਰਦੇ ਸੀ? ਹਾਂਜੀ, ਦੂਜਿਆਂ ਨੂੰ ਸਪੋਰਟ ਕਰਨਾ, ਉਹਨਾਂ ਨੂੰ ਸਪਲਾਈ ਕਰਨਾ, ਦੇਣਾ ਕਰਨਾ, ਉਹ ਜਿਹਾ ਕੰਮ ਸਾਰਾ ਕਰਦੇ। ਉਹਨਾਂ ਦੀ ਗੱਲ ਨਹੀਂ ਮੈਂ ਕਰਦਾ, ਪਰ ਜਿਹੜੇ ਬਾਅਦ ਵਾਲਿਆਂ ਦੀ ਗੱਲ ਕਰਦਾ। ਔਰ ਬਾਅਦ ਦੇ ਵਿੱਚੋਂ ਕਿਹੜੇ ਆਪ ਲੱਗੇ ਹੋਏ ਸੀਗੇ ਨਸ਼ੇ ਦੇ ਉੱਤੇ? ਆਪ ਵਾਲੇ ਬਥੇਰੇ ਨੇ ਜਿਹੜੇ ਆਪ ਲੱਗੇ ਹੋਏ ਨੇ, ਜਿਹੜੇ ਖੁਦ ਜਿਹੜੇ ਡਰੱਗਸ ਦੇ ਵਿੱਚ ਕਰਦੇ ਨੇ, ਉਹ ਗੈਂਗਸਟਰ ਹੈਗੇ ਨੇ ਬਥੇਰੇ। ਕੋਈ ਨਾਮ ਦੱਸ ਸਕਦੇ ਹੋ? ਹਾਂ, ਜੱਗੂ ਭਗਵਾਨਪੁਰੀਆ ਵੀ ਕਰਦਾ ਰਿਹਾ। ਬਾਕੀ ਜਿਹੜੇ ਟੋਟੀਆਂ ਟਾਟੀਆਂ ਹੋ ਰਹੇ ਜੇ ਕਈ ਸੀਗੇ ਜਿਹੜੇ ਜੇਲ੍ਹ ਬ੍ਰੇਕ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚੋਂ ਡਰੱਗਸ ਨੂੰ ਇਸਤੇਮਾਲ ਕਰਦੇ ਸੀ। ਬਟ ਜਨਰਲੀ ਜਿਹੜੇ ਮੇਨ ਵਾਲੇ ਨੇ ਉਹ ਘੱਟ ਕਰਦੇ ਸੀ। ਸਰ, ਤੁਸੀਂ ਪਿੱਛੇ ਜੇ ਉਹ ਕੇਸ ਵੀ ਦੇਖਿਆ ਹੋਊਗਾ, ਲੰਡੇ ਦੇ ਜਿਹੜੇ ਪੇਰੈਂਟਸ ਸੀਗੇ ਕਾਫੀ ਉਹ ਭਾਵੁਕ ਨਜ਼ਰ ਆਏ, ਔਰ ਤੁਸੀਂ ਵੀ ਕਿਹਾ ਕਿ ਮੈਂ ਅਪੀਲ ਕਰਦਾ ਨਾ ਜੇ ਉਹ ਵਾਪਸ ਆਉਣਾ ਚਾਹੁੰਦੇ ਹੈ ਤਾਂ ਕਾਲ ਹੈ ਤੁਹਾਡੇ ਵੱਲੋਂ ਬਾਰ-ਬਾਰ ਦਿੱਤੀ ਜਾਂਦੀ ਹੈ? ਬਿਲਕੁਲ ਜੀ, ਅੱਜ ਵੀ ਸਾਡੀ ਇਹੀ ਬਰਕਰਾਰ ਹੈ। ਮੈਂ ਤਾਂ ਜਿਹੜੇ ਅਬਸਕੌਂਡਰ ਨੇ, ਜਿਹੜੇ ਪ੍ਰੋਕਲੇਮਡ ਅਫੈਂਡਰ ਨੇ, ਉਹਨਾਂ ਨੂੰ ਅਸੀਂ ਤਾਂ ਕਹਿ ਰਹੇ ਹਾਂ ਕਿ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਕੇ, ਜੋ ਤੁਸੀਂ ਕਾਨੂੰਨ ਦੇ ਵਿੱਚ ਆ ਕੇ ਆਪਣੀ ਦਲੀਲ ਦੇ ਕੇ, ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਉਹ ਕਹਿੰਦੇ ਕਿ ਜੀ ਸਾਨੂੰ ਫੈਬਰੀਕੇਟ ਕੀਤਾ ਜੀ, ਉਹ ਕਰਾਇਆ ਗਿਆ, ਤਾਂ ਉਹ ਆਪਣਾ ਜੁਡੀਸ਼ੀਅਲ ਪ੍ਰੋਸੈਸ ਨੂੰ ਫੋਲੋ ਕਰਨ ਆ ਕੇ। ਉਹ ਜੁਡੀਸ਼ੀਅਲ ਦੇ ਵਿੱਚ ਤਾਂ ਉਹਦੇ 'ਚ ਪੁਲਿਸ ਦਾ ਕੋਈ ਰੋਲ ਨਹੀਂ ਹੈਗਾ। ਤਾਂ ਜੁਡੀਸ਼ਰੀ ਨੇ ਆਪਣੇ ਮੈਰਿਟ ਦੇ ਉੱਤੇ ਐਂਡ ਐਕਵਿਟਲਸ ਵੀ ਬਹੁਤ ਹੋ ਰਹੀਆਂ ਨੇ, ਕਈ ਗੈਂਗਸਟਰ ਕ੍ਰਿਮੀਨਲ ਜਿਹੜੇ ਹੈਗੇ ਨੇ ਐਕਵਿਟ ਹੋਏ ਨੇ। ਸੋ ਇੱਕ ਵਾਰੀ ਲਾਅ ਨੂੰ ਫੇਸ ਕਰਨ ਥਰੂ ਦਾ ਜੁਡੀਸ਼ੀਅਲ ਪ੍ਰੋਸੈਸ, ਇੱਕ ਉਹਨਾਂ ਨੂੰ ਚਾਂਸ ਹੈ ਆਪਣੇ ਆਪ ਨੂੰ ਇਨੋਸੈਂਟ ਸਾਬਤ ਕਰਨ ਦਾ, ਪ੍ਰੂਵ ਕਰਨ ਦਾ। ਤੇ ਬਾਕੀ ਜਿੰਨੇ ਵੀ ਹੈਗੇ ਨੇ, ਆਪਣੀ ਅਸੀਂ ਤਾਂ ਕਹਿੰਦੇ ਕਿ ਨਾਰਮਲ ਲਾਈਵਸ ਲੀਡ ਕਰੋ, ਫੈਮਲੀਜ਼ ਨਾਲ ਰਹੋ। ਤੇ ਨਵੇਂ ਜਿਹੜਿਆਂ ਨੂੰ ਅਪੀਲ ਇਹੀ ਕਰਦੇ ਆ ਕਿ ਵੀ ਇਸ ਕੰਮ ਤੋਂ ਗੁਰੇਜ਼ ਕਰੋ, ਇਹਦੇ ਵੱਲ ਨਾ ਜਾਓ, ਇਹ ਤੁਹਾਨੂੰ ਯੂਜ਼ ਕਰਨਗੇ। ਅਸੀਂ ਹੁਣੇ ਇੱਕ ਕੱਲ ਪਰਸੋਂ ਕੱਲ ਹੀ ਇੱਕ ਜਿਹੜਾ ਮੋਡਿਊਲ ਲਿਆਂਦਾ ਹੈਗਾ, ਉਹਦੇ 'ਚ ਕੁਝ ਜਿਹੜੇ ਆ ਲੰਡੇ ਦੇ ਐਸੋਸੀਏਟ ਜਿਹੜੇ ਜੈਸਲ ਵਗੈਰਾ ਜਿਹੜੇ ਹੈਗੇ ਨੇ, ਗੁਰਦੇਵ, ਉਹ ਜਦੋਂ RPG ਅਟੈਕ ਹੋਇਆ ਸੀਗਾ ਸਰਾਲੀ ਪੁਲਿਸ ਸਟੇਸ਼ਨ ਤੇ, ਉਹਦੇ ਵਿੱਚ ਜਿਹੜੇ ਬੱਚੇ, ਜਿਹੜੇ ਮੁੰਡਿਆਂ ਨੂੰ ਜਾਂ ਜਿਹੜੇ ਯੂਜ਼ ਕੀਤਾ ਗਿਆ ਯੂਥ ਨੂੰ, ਉਹ ਬੜੇ ਸਿੰਪਲ ਘਰਾਂ ਦੇ ਨੇ, ਬਿਲਕੁਲ ਆਰਡੀਨਰੀ। ਹਾਂ, ਉਹਨਾਂ ਨੂੰ ਕਿਸੇ ਨਾ ਕਿਸੇ ਕਨੈਕਸ਼ਨ ਦੇ ਥਰੂ ਉਹਨਾਂ ਨੂੰ ਇਨਵੋਲਵ ਕੀਤਾ ਗਿਆ ਕਿ ਤੁਸੀਂ ਜਿਹੜੇ ਕੰਸਾਈਨਮੈਂਟ ਹੈ ਇੱਥੋਂ, ਇਹਨੂੰ ਫਲਾਣੇ ਬੰਦੇ ਨੂੰ ਹੈਂਡਓਵਰ ਕਰ ਦਿਓ, ਜਾਂ ਉਹਦੇ 'ਚ ਪੈਸਾ ਵੀ ਸੀਗਾ, ਜਾਂ ਉਹਦੇ 'ਚ ਆਪਣਾ ਐਕਸਪਲੋਸਿਵ ਸੀ, ਜਾਂ ਵੈਪਨ ਸੀਗੇ। ਤੇ ਇਹਨਾਂ ਦੇ ਜਿਹੜੇ ਕੱਲ ਜਿਹੜੇ 3 ਮੁੰਡੇ ਫੜੇ ਗਏ ਨੇ, ਉਹਨਾਂ ਦੀ ਸ਼ਾਇਦ ਹੋ ਸਕਦਾ ਉਹਨਾਂ ਦੀ ਆਪਣੀ ਇੰਟੈਂਸ਼ਨ ਵੀ ਨਾ ਹੋਵੇ, ਬਟ ਐਟ ਦਾ ਸੇਮ ਟਾਈਮ ਕਿਉਂਕਿ ਉਹਨਾਂ ਨੇ ਇਹ ਕੰਮ ਇਲੀਗਲ ਐਕਟੀਵਿਟੀ ਕੀਤੀ ਆ, ਤਾਂ ਸਾਨੂੰ ਵੀ ਆਰ ਫੋਰਸਡ ਟੂ ਟੇਕ ਐਕਸ਼ਨ, ਸੋ ਵੀ ਹੈਵ ਟੂ ਬੁੱਕ them। ਔਰ ਸਰ, ਜਿਵੇਂ ਇਸ ਦੇ ਵਿੱਚ ਨਾਮ ਰਿੰਦੇ ਦਾ ਵੀ ਆਇਆ ਹੈ, ਔਰ ਬਹੁਤ ਸਾਰੀਆਂ ਪਹਿਲਾਂ ਕਈ ਮੀਡੀਆ ਹਾਊਸਿਸ ਦੇ ਵਿੱਚ, ਨੈਸ਼ਨਲ ਮੀਡੀਆ ਹਾਊਸਿਸ ਦੇ ਵਿੱਚ ਇਹ ਖਬਰ ਹੁੰਦੀ ਹੈ ਕਿ ਰਿੰਦਾ ਮਰ ਗਿਆ ਹੈ, ਉਸਨੂੰ ਉੱਥੇ ਐਲੀਮੀਨੇਟ ਕਰ ਦਿੱਤਾ ਗਿਆ ਹੈ। ਸਟੇਟਸ ਕੀ ਹੈ ਰਿੰਦਾ? ਤੁਹਾਡੀ ਕੀ ਇਨਪੁਟ ਹੈਗੀ ਹੈ? ਇਜ਼ ਹੀ ਅਲਾਈਵ? ਉਹ ਤਾਂ ਉਸ ਤੋਂ ਬਾਅਦ ਕਾਫੀ ਉਹਦੀ ਪੋਸਟ ਤੋਂ ਬਿਨਾਂ ਜਿਹੜੀ ਹੈ ਆਡੀਓ ਇੰਟਰਵਿਊਜ਼ ਵੀ ਆਈਆਂ ਨੇ। ਸੋ ਆਈ ਥਿੰਕ ਹੀ ਇਜ਼ ਵੈਰੀ ਮਚ ਲਾਈਵ।
ਔਰ ਗੋਲਡੀ ਬਰਾੜ ਦਾ ਇਸ ਵੇਲੇ ਕੀ ਸਿਨੈਰੀਓ, ਕਿਉਂਕਿ ਗੋਲਡੀ ਬਰਾੜ ਦੀ ਜਦੋਂ ਚਰਚਾ ਆਉਂਦੀ ਹੈ ਤਾਂ ਉਦੋਂ ਮੀਡੀਆ ਦੇ ਵਿੱਚ ਇਹ ਵੀ ਇੱਕ ਚਰਚਾ ਚੱਲਦੀ ਹੈ ਕਿ ਗੁਰਮੀਤ ਚੌਹਾਨ ਹੁਣੀ ਅਮਰੀਕਾ ਗਏ ਹੋਏ ਨੇ ਔਰ ਕਹਿੰਦੇ ਕਿ ਤੁਹਾਡੀ ਸਰਵੇਲੈਂਸ ਦੇ ਉੱਤੇ ਔਰ ਤੁਸੀਂ ਉਹਨੂੰ ਨੱਪ ਕੇ ਲੈ ਕੇ ਆਉਣਾ ਹੈ ਔਰ ਤੁਹਾਡੀ ਸਰਵੇਲੈਂਸ ਦੇ ਅੰਡਰ ਹੈ ਉੱਥੇ ਉਹ। ਫੋਰਨ ਕੰਟਰੀ ਦੇ ਵਿੱਚ ਅਸੀਂ ਆਪਣੇ ਸਰਵੇਲੈਂਸ ਕਿਸੇ ਤਰੀਕੇ ਨਾਲ ਵੀ ਨਹੀਂ ਕਰ ਸਕਦੇ। ਹੂੰ ਉਹ ਵੱਖਰੀ ਗੱਲ ਹੈ ਕਿ ਅਸੀਂ ਗਵਰਨਮੈਂਟ ਆਫ ਪੰਜਾਬ ਵੱਲੋਂ ਡੀਜੀ ਸਾਹਿਬ ਵੱਲੋਂ ਜਿਹੜਾ ਪ੍ਰੋਸੈਸ ਹੈਗਾ MEA ਦੇ ਥਰੂ ਉਹਨਾਂ ਨੂੰ ਪ੍ਰੋਸੈਸ ਫੋਲੋ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਜਿਹੜੀਆਂ ਅਮਰੀਕਨ ਗਵਰਨਮੈਂਟ ਦੀਆਂ ਏਜੰਸੀਜ਼ ਨੇ ਜਾਂ ਕੈਨੇਡੀਅਨ ਏਜੰਸੀਜ਼ ਨੇ ਉਹਨਾਂ ਨਾਲ ਟੇਕ ਅਪ ਕੀਤਾ ਗਿਆ, ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਨੂੰ ਸਾਰੀਆਂ ਜਿਹੜੇ ਹੈਗੇ ਨੇ ਫੈਕਟਸ ਐਂਡ ਫਿਗਰਸ ਉਹਨਾਂ ਨਾਲ ਇਨ ਟੱਚ ਹੈ। ਸੋ NIA ਇਜ਼ ਅ ਨੋਡਲ ਏਜੰਸੀ ਜਿਹੜੀ ਹੈਗੀ ਹੈ ਟੂ ਡੀਲ ਵਿਦ ਫੋਰਨ ਏਜੰਸੀ, ਸੋ ਕਰ ਰਹੇ ਆ। ਉਹਨਾਂ ਵਾਸਤੇ ਵੀ ਪ੍ਰਾਇੋਰਟੀ ਹੈ ਕਿਉਂਕਿ ਅਲਟੀਮੇਟਲੀ ਜਦੋਂ ਨੈਸ਼ਨਲ ਸਿਕਿਉਰਿਟੀ ਦਾ ਜਾਂ ਮੈਟਰ ਆਉਂਦਾ ਹੈ ਸੋ ਦੇ ਆਰ ਉਹਨਾਂ ਕੋਲੇ ਕੇਸਿਸ ਰਜਿਸਟਰਡ ਨੇ, ਉਹਨਾਂ ਨੂੰ ਵੀ ਵਾਂਟਡ ਨੇ, ਸੋ ਉਹਨਾਂ ਵੱਲੋਂ ਵੀ ਫੋਕਸ ਕੀਤਾ ਜਾ ਰਿਹਾ ਕਿ ਐਕਸਟ੍ਰੈਡੀਸ਼ਨ ਤਾਂ ਲਗਾਤਾਰ ਚੱਲ ਰਹੀ ਹੈ। ਅਸੀਂ ਜਿਹੜੀ ਉਹਨਾਂ ਨੂੰ ਸਪੋਰਟ ਹੈ, ਅਸੀਂ ਡਾਕੂਮੈਂਟ ਜਾਂ ਸਾਡੇ ਕੋਲੇ ਜੋ ਇਨਪੁਟਸ ਆਉਂਦੀਆਂ ਨੇ ਫਰੋਮ ਇੰਟਰੋਗੇਸ਼ਨਸ ਫਰੋਮ ਟੈਕਨੀਕਲ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ। ਸਰਵੇਲੈਂਸ ਤੇ ਆ ਗਿਆ ਸੀਗਾ ਇਹ। This is totally in the field domain of NIA and FBI. ਉਹਦੇ ਬਾਰੇ ਮੈਂ ਮਤਲਬ I will not comment on it. ਔਰ ਸਰ ਸਿੱਧੂ ਮੂਸੇਵਾਲਾ ਐਂਡ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੂੰਗਾ ਕਿਉਂਕਿ ਪੇਰੈਂਟਸ ਹੋਣ ਜਾਂ ਉਹਨਾਂ ਨੂੰ ਚਾਹੁਣ ਵਾਲੇ ਹੋਣ, ਤੁਹਾਡੇ ਵੱਲੋਂ ਅਰੈਸਟ ਭਾਵੇਂ ਬਹੁਤ ਸਾਰੇ ਗੈਂਗਸਟਰਸ ਕਰ ਲਿੱਤੇ, ਬਹੁਤ ਸਾਰੀਆਂ ਅਰੈਸਟ ਹੋ ਗਈਆਂ, ਪਰ ਅਜੇ ਵੀ ਉਹ ਕਹਿੰਦੇ ਨੇ ਕਿ ਇਨਸਾਫ ਨਹੀਂ ਮਿਲਿਆ ਹੈ, ਅਜੇ ਵੀ ਉਡੀਕ ਕੀਤੀ ਜਾਂਦੀ ਹੈ। ਮੈਂ ਸਿੱਧੂ ਮੂਸੇਵਾਲੇ ਨਾਲ ਮੈਂ ਥੋੜੀ ਸ਼ੁਰੂ ਦੇ ਵਿੱਚ ਐਸੋਸੀਏਟਡ ਰਿਹਾ ਜਿਹੜੀ ਇਨਵੈਸਟੀਗੇਸ਼ਨ ਦੇ ਨਾਲ, ਸਿੱਟ ਦਾ ਵੀ ਮੈਂਬਰ ਰਿਹਾ ਮੈਂ ਜੀ। ਅਸੀਂ ਪਹਿਲੇ ਦਿਨ ਤੋਂ ਜਦੋਂ ਅਸੀਂ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਉਹਦੇ 'ਚ ਤਕਰੀਬਨ ਸਾਰੀ ਕੌਨਸਪੀਰੇਸੀ ਕਿਵੇਂ ਹੋਇਆ, ਈਵਨ ਸੋ ਮਚ ਸੋ ਜਿਹੜਾ ਸਚਿਨ ਜਿਹੜਾ ਹੁਣ ਉਹ ਜਿਹੜਾ ਸਚਿਨ ਬਿਸ਼ਨੋਈ ਸਚਿਨ ਥਪਨ ਜਿਹੜਾ ਉੱਥੋਂ ਅਜ਼ਰਬੈਜਾਨ ਤੋਂ ਲੈ ਕੇ ਆਉਂਦਾ, ਉਹ ਸਭ ਤੋਂ ਪਹਿਲਾਂ ਸਾਡੀ ਇਨਪੁਟ ਸੀਗੀ ਕਿ ਅਸੀਂ ਉਹਨੂੰ ਆਇਡੈਂਟੀਫਾਈ ਕੀਤਾ ਕਿ ਕਿਸ ਪਾਸਪੋਰਟ ਤੇ ਕਿਸ ਨਾਮ ਦੇ ਨਾਲ ਉਹ ਕਦੋਂ ਟਰੈਵਲ ਕੀਤਾ। ਸੋ ਵੀ ਸ਼ੇਅਰਡ ਦੈਟ ਵਿਦ ਦੀ ਆਰ ਏਜੰਸੀਜ਼ ਇਨ ਗਵਰਨਮੈਂਟ ਆਫ ਇੰਡੀਆ। ਉਹਨਾਂ ਨੇ ਵੀ ਆਪਣੇ ਲੈਵਲ ਤੇ ਫੋਲੋ ਕੀਤਾ। ਅਸੀਂ ਉਹ ਮਤਲਬ ਉਤੋਂ ਤੱਕ ਕਿ ਉਹਨੂੰ ਉਹਦੇ ਨਾਲ ਦਾ ਇੱਕ ਬੰਦਾ ਹੋਰ ਹੈਗਾ ਉਹ ਵੀ ਟਰੈਕ ਕੀਤਾ। ਅਨਮੋਲ ਬਿਸ਼ਨੋਈ ਦਾ ਅਸੀਂ ਡਿਟੇਲ ਕੱਢ ਕੇ ਦਿੱਤੀ ਕਿ ਕਿੱਥੋਂ ਪਾਸਪੋਰਟ ਆ। ਫਿਰ ਉਹ ਸ਼ੇਅਰ ਕਰਨ ਦੇ ਬਾਅਦ ਫਿਰ ਦਿੱਲੀ ਪੁਲਿਸ ਨੇ ਜਿਹੜੇ ਉਹ ਆਪਣੇ ਉਹਨਾਂ ਦੇ ਜਿੱਥੋਂ ਪਾਸਪੋਰਟ ਬਣੇ ਸੀ ਉਹ ਬੰਦੇ ਚੁੱਕੇ, ਉਹਨਾਂ ਦੇ ਕੇਸ ਰਜਿਸਟਰ ਕੀਤਾ। ਦੇ ਹੈਵ ਬੀਨ ਬੁੱਕਡ। ਸੋ ਇਟ ਇਜ਼ ਕਿਵੇਂ ਹਾਰਡ ਵਰਕ ਡਨ ਬਾਈ ਆਲ ਦੀ ਏਜੰਸੀਜ਼। ਅਲਟੀਮੇਟਲੀ ਸਾਡਾ ਏਮ ਤਾਂ ਹੈ ਕਿ ਕ੍ਰਿਮੀਨਲ ਹੈ, ਜੇ ਉਹ ਕ੍ਰਾਈਮ ਕਰਕੇ ਤੋਂ ਬਾਹਰ ਭੱਜਿਆ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਪਸ ਆਉਣਾ ਚਾਹੀਦਾ, ਤੇ ਅਸੀਂ ਇਹਦੇ ਵਾਸਤੇ ਹਰ ਸੰਭਵ ਕੋਸ਼ਿਸ਼ ਕਰਾਂ। ਪੰਜਾਬ ਪੁਲਿਸ ਨੇ ਪੂਰਾ ਇਸ ਦੇ ਵਿੱਚ ਸਪੋਰਟ ਕੀਤੀ ਹੈ ਤੇ ਬਾਕੀ ਕ੍ਰਿਮੀਨਲਸ ਨੂੰ ਵੀ ਜਿਹੜੇ ਬਾਹਰ ਜਾ ਕੇ ਬਹਿ ਗਏ ਨੇ ਉਹ ਆਪਣੇ ਆਪ ਨੂੰ ਇਹ ਨਾ ਸੋਚਣ ਕਿ ਉਹ ਮਹਿਫੂਜ਼ ਬੈਠੇ ਆ ਜਾਂ ਹੋ ਰਿਹਾ। ਕਿਸੇ ਨਾ ਕਿਸੇ ਦਿਨ ਤਾਂ ਉਹਨਾਂ ਤੱਕ ਕਿਉਂਕਿ ਇਹ ਵੀ ਦੌੜ ਲੱਗ ਗਈ ਨਾ, ਕ੍ਰਾਈਮ ਹੋਰੇ ਕਰਦੇ ਨੇ ਔਰ ਬਾਹਰ ਭੱਜ ਜਾਂਦੇ, ਕੋਈ ਨਾ ਕੋਈ ਕਿਸੇ ਨਾ ਕਿਸੇ ਦਿਨ ਉਹਨਾਂ ਦਾ ਵੀ ਜਿਹੜਾ ਹੈਗਾ ਕਿਸੇ ਨੇ ਦਿਨ ਉੱਥੇ ਵੀ ਕਾਨੂੰਨ ਨੇ ਪਹੁੰਚ ਜਾਣਾ, ਚਾਹੇ ਉਹਨਾਂ ਦੀਆਂ ਏਜੰਸੀਜ਼ ਦੇ ਥਰੂ ਹੋਵੇ ਜਾਂ ਮਤਲਬ ਪਹੁੰਚ somebody is going to reach them। ਪਰ ਸਰ ਇੱਕ ਸਵਾਲ ਨਾ ਬੜਾ ਲੋਕਾਂ ਦੇ ਵਿੱਚ, ਆਮ ਪਬਲਿਕ ਦੇ ਵਿੱਚ ਬੜਾ ਰਹਿੰਦਾ ਹੈ, ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਔਰ ਜਦੋਂ ਜ਼ਿੰਮੇਵਾਰੀ ਲੈ ਲਿੱਤੀ ਜਾਂਦੀ ਹੈ ਔਰ ਪੋਸਟ ਆ ਜਾਂਦੀ ਹੈ ਕਿ ਜੀ ਇਹ ਜ਼ਿੰਮੇਵਾਰੀ ਅਸੀਂ ਲਿੱਤੀ ਔਰ ਜਸਟ ਨਾਓ ਵਾਲੀ ਪੋਸਟ ਹੁੰਦੀ ਹੈ, ਉਹ ਤੇ ਲੋਕ ਇਹ ਕਹਿੰਦੇ ਕਿ ਜਸਟ ਨਾਓ ਵਾਲੀ ਪੋਸਟ ਸਿਰਫ ਮੀਡੀਆ ਹਾਊਸਿਸ ਨੂੰ ਕਿਉਂ ਮਿਲਦੀ ਹੈ ਜਾਂ ਪੁਲਿਸ ਨੂੰ ਕਿਉਂ ਮਿਲਦੀ ਹੈ ਔਰ ਉਸ ਤੋਂ ਬਾਅਦ ਉਹ ਪੋਸਟ ਲੱਭਦੀ ਵੀ ਨਹੀਂ ਹੈ। ਉਹ ਬੇਸਿਕ ਉਹਨਾਂ ਦਾ ਤਰੀਕਾ ਇਹ ਹੈ ਨਾ ਜੀ ਕਿ ਜਿਹੜਾ ਕੋਈ ਪੋਸਟ ਪਾਉਣ ਵਾਲਾ ਹੈ, ਪਹਿਲੀ ਗੱਲ ਤਾਂ ਇਹ ਬੜੀ ਸੋਸ਼ਲ ਮੀਡੀਆ ਇਜ਼ ਅ ਵੈਰੀ ਟ੍ਰਿਕੀ, ਇਹਦੇ ਵਿੱਚ ਲੇਅਰਸ ਨੇ ਕਿ ਪਾਉਣ ਵਾਲਾ ਗੋਲਡੀ ਬਰਾੜ ਹੈ, ਹੈਂਡਲ ਕੋਈ ਵੀ ਬਣਾ ਸਕਦਾ ਪਹਿਲੀ ਗੱਲ ਤਾਂ। ਪਰ ਜਿਹੜਾ ਮੈਸੇਜ ਹੁੰਦਾ ਜਿਸ ਤਰੀਕੇ ਨਾਲ ਜਿਹੜਾ ਆਡੀਓ ਮੈਸੇਜ ਆਉਂਦਾ ਉਹ ਆਡੀਓ ਮੈਸੇਜ ਤਾਂ ਬਿਲਕੁਲ ਹੀ ਲਿੰਕ ਅਪ ਕਰਦਾ ਹੈ ਕਿ ਜੀ ਇਹ ਫਲਾਣੇ ਬੰਦੇ ਨੇ ਇਹ ਜਿਹੜੀ ਆਡੀਓ ਆਥੈਂਟੀਕੇਟ ਉਹਦਾ ਕਿਤੇ ਨਾ ਕਿਤੇ ਆਥੈਂਟੀਕੇਟ ਹੋ ਜਾਂਦੀ। ਜਿਹੜੇ ਬਾਕੀ ਪੋਸਟਸ ਨੇ ਉਹ ਜਿਵੇਂ ਫੋਰ ਐਗਜ਼ਾਮਪਲ ਗੋਲਡੀ ਬਰਾੜ ਨੇ ਕੋਈ ਪੋਸਟ ਪਾਣੀ ਹੈ ਤਾਂ ਉਹ ਗੋਲਡੀ ਬਰਾੜ ਬੈਠਾ ਅਮਰੀਕਾ 'ਚ ਹੈ, ਉਹ ਆਪਣਾ ਮੈਸੇਜ ਬਣਾ ਕੇ ਆਪਣੇ ਕਿਸੇ ਕੰਟੈਕਟ ਦੇ ਥਰੂ ਉਹ ਕਿਸੇ ਨੂੰ ਆਸਟ੍ਰੇਲੀਆ 'ਚ ਭੇਜੂਗਾ, ਆਸਟ੍ਰੇਲੀਆ ਵਾਲਾ ਉਹਨੂੰ ਫਿਲੀਪੀਨਸ 'ਚ ਭੇਜੂਗਾ, ਫਿਲੀਪੀਨਸ ਵਾਲਾ ਆਪਣੇ ਹੈਂਡਲ ਤੋਂ ਉਹਨੂੰ ਰਿਲੀਜ਼ ਕਰ ਦਿੰਦਾ। ਤਾਂ ਉਹ ਉਹਨੂੰ ਉਨੀ ਦੇਰ ਤੱਕ ਪਾ ਕੇ ਉਹਦੇ ਸਕਰੀਨਸ਼ਾਟ ਲੈ ਕੇ ਫਿਰ ਉਹਦਾ ਮੈਸੇਜ ਪਾ ਦਿੰਦੇ ਆ। ਸੋ ਦੇ ਯੂਜ਼ ਮੈਨੀ ਟ੍ਰਿਕਸ ਟੂ ਅਵੇਡ। ਸਰ ਲਿਸਟਿੰਗ ਹੁੰਦੀ ਹੈ ਗੈਂਗਸਟਰਾਂ ਦੀ, A ਕੈਟੇਗਰੀ, B ਕੈਟੇਗਰੀ, ਇਸ ਵੇਲੇ ਪੰਜਾਬ ਦੇ ਵਿੱਚ ਕੀ ਸਿਚੁਏਸ਼ਨ ਹੈ? ਕੀ ਸਾਰੇ A ਕੈਟੇਗਰੀ ਦੇ ਗੈਂਗਸਟਰ ਇਸ ਵੇਲੇ ਅਰੈਸਟਡ ਨੇ ਰਡਾਰ ਦੇ ਉੱਤੇ? ਜਿਹੜੇ ਪੰਜਾਬ ਦੇ ਨਾਲ ਸਪੈਸੀਫਿਕ ਜਿਹੜੇ ਕੈਟੇਗਰੀ ਵਾਲੇ ਤਕਰੀਬਨ ਸਾਰੇ ਅਕਾਊਂਟਡ ਫੋਰ ਨੇ ਜਾਂ ਉਹ ਬਾਹਰ ਨੇ, ਆਊਟ ਆਫ ਕੰਟਰੀ ਆਪਰੇਟ ਕਰ ਰਹੇ ਨੇ। ਬਟ ਬਾਈ ਐਂਡ ਲਾਰਜ ਜਿਹੜੇ ਮੇਜਰ ਲੀਡਰਸ ਨੇ ਉਹ ਸਾਰੇ ਤਕਰੀਬਨ ਅਕਾਊਂਟਡ ਫੋਰ ਨੇ। ਇਹੋ ਜਿਹਾ ਕੋਈ ਨਵਾਂ ਲੀਡਰ ਨਹੀਂ ਹੈਗਾ ਜਿਹੜਾ ਕੋਈ ਐਕਟੀਵਿਟੀ ਕਰ ਰਿਹਾ ਹੋਵੇ ਕਿ ਜਿਹਦੀ ਅਸੀਂ ਕਹਿ ਦਈਏ ਕਿ ਵੀ ਸਾਡੇ ਨੌਲੇਜ ਨਹੀਂ ਹੈ। ਔਰ ਜਿਹੜੀ ਕੋਈ ਨੌਜਵਾਨ ਇਸ ਵੇਲੇ ਜਨਰੇਸ਼ਨ ਵੀ ਹੈ ਜਿਹੜੀ ਭਾਵੇਂ ਨਾਲ ਅਟੈਚ ਵੀ ਹੋ ਗਈ ਹੈ ਤਾਂ ਉਸ ਦੇ ਉੱਤੇ ਵੀ ਪੂਰੀ ਨਜ਼ਰ ਹੈਗੀ ਹੈ।
ਐਬਸੋਲੂਟਲੀ ਜਿੰਨੇ ਵੀ ਇਹਨਾਂ ਨਾਲ ਜਿਸ ਵੇਲੇ ਵੀ ਕੋਈ ਵੀ ਇਹਨਾਂ ਨਾਲ ਇਨ ਟੱਚ ਆਉਂਦਾ ਹੈ ਉਹ ਕਿਸੇ ਨਾ ਕਿਸੇ ਲੈਵਲ ਤੇ ਕੋਈ ਨਾ ਕੋਈ ਇੰਟਰੋਗੇਸ਼ਨ ਚ ਕਿਸੇ ਨਾ ਕਿਸੇ ਟੈਕਨੀਕਲ ਚ ਜਾਂ ਹੋਰ ਚ ਉਹ ਪਤਾ ਲੱਗ ਜਾਂਦਾ। ਸੋ ਅਗੇਨ ਅਪੀਲਿੰਗ ਟੂ ਦੀ ਯੂਥ ਜਿਹੜੇ ਆਪਣੇ ਸਾਡੇ ਪੰਜਾਬੀ ਬੱਚੇ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਇਹੀ ਕਰਦੇ ਆ ਕਿ ਇਹਨਾਂ ਦੇ ਕਿਸੇ ਵੀ ਜਿਹੜਾ ਕ੍ਰਿਮੀਨਲ ਹੈਗਾ ਇਹਦੇ ਨਾਲ ਕਿਸ ਯਾਰੀ ਦੋਸਤੀ ਦੇ ਤੌਰ ਤੇ ਵੀ ਜਾਂ ਤੁਹਾਨੂੰ ਕੋਈ ਕੰਮ ਕਹਿਣ ਜਾਂ ਕੋਈ ਤੁਹਾਡੇ ਤੋਂ ਫੇਵਰ ਲੈਣ, ਕਿਸੇ ਬੰਦੇ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਛੱਡਣਾ, ਕੋਈ ਕੰਸਾਈਨਮੈਂਟ ਛੱਡਣੀ, ਕੋਈ ਵੈਪਨ ਦੀ ਕੰਸਾਈਨਮੈਂਟ ਛੱਡਣੀ, ਜਾਂ ਕਿਸੇ ਨੂੰ ਪੈਸੇ ਦੇ ਕੇ ਆਉਣੇ ਜਾਂ ਫੜਾਉਣੇ ਜਾਂ ਫੜ ਕੇ ਲੈ ਕੇ ਆਉਣੇ, ਇਹ ਆਪਦੇ ਆਪ ਨੂੰ ਇਹ ਇੱਕ ਦਲਦਲ ਚ ਫਸਾਉਣ ਵਾਲੀ ਗੱਲ ਹੈ, ਉਹ ਚ ਫਸ ਜਾਣਗੇ। ਸੋ ਉਹਦੇ ਤੋਂ ਗੁਰੇਜ਼ ਕਰਨ, ਇਹਨਾਂ ਦੀਆਂ ਗੱਲਾਂ ਚ ਨਾ ਆਉਣ, ਇਹਨਾਂ ਨੂੰ ਬਕਾਇਦਾ ਕਲੀਅਰਲੀ ਆਪਣਾ ਜਵਾਬ ਦੇਣਾ ਚਾਹੀਦਾ, ਕਲੀਅਰ ਕੱਟ, ਤੇ ਆਪਣੇ ਮਾਂ-ਬਾਪ ਨੂੰ ਤੇ ਪੁਲਿਸ ਦੇ ਨਾਲ ਨੂੰ ਇਨਫੋਰਮ ਕਰੋ ਕਿ ਵੀ ਇਦਾਂ ਕਰਕੇ ਮੈਨੂੰ ਜੇ ਕਿਤੇ ਕੋਈ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦਾ ਜਾਂ ਕੋਈ ਫੋਰਸ ਕਰ ਰਿਹਾ ਜਾਂ ਥ੍ਰੈਟ ਕਰ ਰਿਹਾ। ਸੋ ਥੈਂਕ ਯੂ ਸੋ ਮਚ ਜੀ ਸਮਾਂ ਦੇਣ ਦੇ ਲਈ ਔਰ ਗੱਲਬਾਤ ਕਰਨ ਦੇ ਲਈ, ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਇਸ ਤਰੀਕੇ ਨਾਲ ਦਲੇਰੀ ਦੇ ਨਾਲ ਕੰਮ ਕਰ ਰਹੇ ਹੋ ਔਰ ਪੰਜਾਬ ਵਾਸਤੇ ਪੰਜਾਬ ਨੂੰ ਮਹਿਫੂਜ਼ ਰੱਖਣ ਦੇ ਲਈ ਤੁਹਾਡੀ ਸੇਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ, ਤਾਂ ਸਾਡੀ ਡਿਊਟੀ ਹੈ, ਦੈਟਸ ਵਾਟ ਵੀ ਆਰ। ਯੂਨੀਫਾਰਮ ਜਦੋਂ ਪਾ ਲਈ ਤਾਂ ਸੇਫਟੀ ਐਂਡ ਸਿਕਿਉਰਿਟੀ ਇਜ਼ ਉਹੀ ਸਾਡਾ ਇੱਕ ਮੇਨ ਜਿਹੜਾ ਹੈਗਾ ਮਕਸਦ ਹੈ। ਥੈਂਕ ਯੂ ਸੋ ਮਚ। ਥੈਂਕ ਯੂ।